ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮੈਂ ਸ਼ਮੀਤ ਸਿੰਘ ਤੇ ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੇ ਗੱਲ ਕਰੀਏ ਲਾਸਟ ਲੈਕਚਰ ਦੀ ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਬ੍ਰਿਟਿਸ਼ਰਸ ਨੇ 올 ਓਵਰ ਇੰਡੀਆ ਕਨਕੁਐਸਟ ਕੀਤਾ ਜੀ। ਲਾਸਟ ਲੈਕਚਰ ਦੇ ਵਿੱਚ ਆਪਾਂ ਐਂਗਲੋ ਸਿੱਖ ਵਾਰ ਤੇ ਖਤਮ ਕੀਤਾ ਸੀ ਤਾਂ ਆਪਾਂ ਦੇਖ ਚੁੱਕੇ ਸੀ ਕਿ ਟੋਟਲ ਇੰਡੀਆ ਜਿੰਨਾ ਸਬ ਕੰਟੀਨੈਂਟ ਸੀ ਉਹ ਬ੍ਰਿਟਿਸ਼ਰਸ ਦੇ ਅੰਡਰ ਆ ਚੁੱਕਿਆ ਸੀ। ਅੱਜ ਦੇ ਲੈਕਚਰ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਹੁਣ ਸਾਰਾ ਇੰਡੀਆ ਜਿਹੜਾ ਹੈ ਬ੍ਰਿਟਿਸ਼ਰਸ ਦੇ ਅੰਡਰ ਆ ਚੁੱਕਿਆ ਹੈ ਤੇ ਬ੍ਰਿਟਿਸ਼ਰਸ ਹੁਣ ਸ਼ੁਰੂ ਕੀ ਕਰਨਗੇ, ਆਪਾਂ ਦੇਖਾਂਗੇ ਬ੍ਰਿਟਿਸ਼ਰਸ ਦੀ ਇਕਨੋਮਿਕ ਪਾਲਿਸੀਜ਼, ਕਿਵੇਂ ਬ੍ਰਿਟਿਸ਼ਰਸ ਜਿਹੜੇ ਨੇ ਅੰਗਰੇਜ਼ ਨੇ ਉਹ ਇੰਡੀਆ ਤੋਂ ਪੈਸਾ ਲੁੱਟ ਕੇ ਕਿੱਥੇ ਲੈ ਕੇ ਜਾਣਗੇ, ਇੰਗਲੈਂਡ ਲੈ ਕੇ ਜਾਣਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ ਬ੍ਰਿਟਿਸ਼ ਇਕਨੋਮਿਕ ਪਾਲਿਸੀਜ਼। ਤਾਂ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਬ੍ਰਿਟਿਸ਼ਰਸ ਨੇ ਕਿਹੜਾ ਏਰੀਆ ਜਿੱਤਿਆ ਸੀ ਤਾਂ ਆਪਾਂ ਜੇ ਲਾਸਟ ਲੈਕਚਰਸ ਦੀ ਗੱਲ ਕਰਾਂਗੇ ਤਾਂ ਆਪਾਂ ਉਹਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਸਭ ਤੋਂ ਪਹਿਲਾਂ ਬ੍ਰਿਟਿਸ਼ਰਸ ਨੇ ਬੰਗਾਲ ਵਾਲਾ ਏਰੀਆ ਕੈਪਚਰ ਕੀਤਾ। ਉਸ ਤੋਂ ਬਾਅਦ ਜੇ ਗੱਲ ਕਰਾਂਗੇ ਡੈਕਨ ਵਾਲਾ ਏਰੀਆ ਕੈਪਚਰ ਕੀਤਾ ਗਿਆ ਸੀ ਤੇ ਲਾਸਟ ਦੇ ਵਿੱਚ ਆਪਾਂ ਦੇਖਿਆ ਸੀ ਸਿੰਧ ਤੇ ਪੰਜਾਬ ਵਾਲੇ ਏਰੀਆ ਨੂੰ ਕੈਪਚਰ ਕੀਤਾ ਗਿਆ ਸੀ। ਹੁਣ ਜਿਹੜੇ ਬ੍ਰਿਟਿਸ਼ਰਸ ਨੇ ਸ਼ੁਰੂ ਤੋਂ ਹੀ ਸਿਰਫ ਤੇ ਸਿਰਫ ਇੰਡੀਆ ਨੂੰ ਕਿਸ ਵਾਸਤੇ ਆਏ ਨੇ, ਲੁੱਟਣ ਲਈ ਆਏ ਨੇ, ਉਹ ਆਪਣਾ ਪ੍ਰੋਫਿਟ ਹੀ ਦੇਖ ਰਹੇ ਨੇ। ਤੇ ਆਪਾਂ ਦੇਖਾਂਗੇ ਕਿ ਸਭ ਤੋਂ ਪਹਿਲਾਂ ਕਿਹੜਾ ਏਰੀਆ ਉਹਨਾਂ ਦੇ ਅੰਡਰ ਆਇਆ, ਬੰਗਾਲ ਆਇਆ। ਉਹ ਆਪਾਂ ਬੈਟਲਸ ਜਿਹੜੀਆਂ ਨੇ ਪਲਾਸੀ ਤੋਂ ਲੈ ਕੇ ਬਕਸਰ ਆਪਣੀ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ। ਹੁਣ ਜਦੋਂ ਵੀ ਯਾਦ ਰੱਖਿਓ ਬ੍ਰਿਟਿਸ਼ਰਸ ਨੇ ਬੰਗਾਲ ਜਿੱਤ ਲਿਆ ਤਾਂ ਉੱਥੋਂ ਦਾ ਟੋਟਲ ਰੈਵਨਿਊ ਜਿਹੜਾ ਹੈਗਾ, ਜਿੰਨਾ ਵੀ ਉੱਥੋਂ ਦਾ ਰੈਵਨਿਊ ਹੋਏਗਾ ਉਹ ਬ੍ਰਿਟਿਸ਼ਰਸ ਦੇ ਕੋਲ ਆਏਗਾ। ਹੁਣ ਉਹ ਰੈਵਨਿਊ ਇਕੱਠਾ ਕਰਨ ਲਈ ਕਿੱਥੋਂ ਦੀ ਰੈਵਨਿਊ ਕਿੰਨਾ ਆਏਗਾ ਉਹਦੇ ਲਈ ਬ੍ਰਿਟਿਸ਼ਰਸ ਕੀ ਕਰਨਗੇ, ਕੁਛ ਨਾ ਕੁਛ ਆਪਾਂ ਕਹਿ ਸਕਦੇ ਹਾਂ ਸਿਸਟਮ ਨੂੰ ਐਸਟੈਬਲਿਸ਼ ਕਰਨਗੇ। ਉਹੀ ਸਿਸਟਮ ਆਪਾਂ ਜਿਹੜੇ ਨੇ ਅੱਜ ਡਿਸਕਸ ਕਰਨ ਜਾ ਰਹੇ ਹਾਂ। ਸ਼ੁਰੂ ਕਰਦੇ ਹਾਂ ਜੀ ਬ੍ਰਿਟਿਸ਼ਰਸ ਦੇ ਲੈਂਡ ਰੈਵਨਿਊ ਸਿਸਟਮ ਦੀ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਇਜਾਰਾਦਾਰੀ ਸਿਸਟਮ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪਰਮਾਨੈਂਟ ਸੈਟਲਮੈਂਟ ਦੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰਿਓਤਵਾੜੀ ਤੇ ਸਭ ਤੋਂ ਲੈਂਡ ਵਿੱਚ ਗੱਲ ਕਰਾਂਗੇ ਮਹਲਵਾੜੀ ਦੀ। ਹੁਣ ਬੱਚਿਆਂ ਦੇ ਮਨ ਦੇ ਵਿੱਚ ਇੱਕ ਕੁਐਸਚਨ ਆ ਸਕਦਾ ਕਿ ਇਹ ਚਾਰ ਅਲੱਗ-ਅਲੱਗ ਸਿਸਟਮ ਕਿਉਂ? ਕਿਤੇ ਨਾ ਕਿਤੇ ਬੱਚਿਓ ਧਿਆਨ ਰੱਖਿਓ, ਇਜਾਰਾਦਾਰੀ ਜਿਹੜਾ ਸਿਸਟਮ ਹੈ ਸਭ ਤੋਂ ਪਹਿਲਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਕੁਛ ਨਾ ਕੁਛ ਕੀ ਹੋਣਗੀਆਂ, ਕਮੀਆਂ ਹੋਣਗੀਆਂ। ਉਹ ਕਮੀਆਂ ਨੂੰ ਦੂਰ ਕਰਕੇ ਅਗਲਾ ਸਿਸਟਮ ਲੈ ਕੇ ਆਇਆ ਜਾਏਗਾ ਪਰਮਾਨੈਂਟ ਸੈਟਲਮੈਂਟ। ਪਰ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਕੀ ਰਹਿ ਜਾਣਗੀਆਂ, ਕੁਝ ਗਲਤੀਆਂ ਰਹਿ ਜਾਣਗੀਆਂ। ਉਹ ਬ੍ਰਿਟਿਸ਼ਰ ਸੋਚਣਗੇ ਕਿ ਇਹ ਜਿਹੜੀਆਂ ਗਲਤੀਆਂ ਨੇ ਆਪਾਂ ਅਗਲੇ ਸਿਸਟਮ ਲੈ ਕੇ ਆਨੇ ਜਿਹਨੂੰ ਕਵਾਂਗੇ ਰਿਓਤਵਾੜੀ ਸਿਸਟਮ। ਪਰ ਉਹਦੇ ਵਿੱਚ ਵੀ ਕੁਝ ਕਮੀਆਂ ਪੇਸ਼ੀਆਂ ਰਹਿ ਜਾਣਗੀਆਂ ਜਿਹਨੂੰ ਉਹ ਸੋਚਣਗੇ ਕਿ ਅਗੇ ਨਵੇਂ ਸਿਸਟਮ ਦੇ ਵਿੱਚ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨਗੇ ਜਿਹਨੂੰ ਆਪਾਂ ਕਵਾਂਗੇ ਮਹਲਵਾੜੀ ਸਿਸਟਮ। ਨਾਲੇ ਯਾਦ ਰੱਖਿਓ ਜਿਵੇਂ ਜਿਵੇਂ ਬ੍ਰਿਟਿਸ਼ਰਸ ਨੇ ਜਿਵੇਂ ਗੋਰੇ ਨੇ ਇੰਡੀਆ ਨੂੰ ਕੈਪਚਰ ਕਰਨਗੇ, ਬੰਗਾਲ ਨੂੰ ਕੈਪਚਰ ਕਰਨਗੇ ਤਾਂ ਆਪਾਂ ਦੇਖਾਂਗੇ ਕਿ ਪਰਮਾਨੈਂਟ ਸੈਟਲਮੈਂਟ ਹੈ, ਇਜਾਰਾਦਾਰੀ ਸਿਸਟਮ ਹੈ, ਇਹ ਸ਼ੁਰੂ ਚ ਨੇ ਤਾਂ ਇਹ ਬੰਗਾਲ ਵਾਲੇ ਏਰੀਆ ਦੇ ਵਿੱਚ ਲੱਗਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਆਪਾਂ ਨੂੰ ਯਾਦ ਹੈ ਕਿ ਡੈਕਨ ਵਾਲਾ ਏਰੀਆ, ਮੈਸੂਰ ਦੀ ਵਾਰ ਸੀਗੀ, ਹੈਦਰਾਬਾਦ ਸੀ ਤੇ ਮਰਾਠਾਸ ਜਿਹੜੇ ਸੀਗੇ ਉਹਨਾਂ ਨੂੰ ਬਾਅਦ ਚੋਂ ਕੈਪਚਰ ਕੀਤਾ ਗਿਆ ਬੰਗਾਲ ਤੋਂ ਬਾਅਦ। ਤਾਂ ਕਿਤੇ ਨਾ ਕਿਤੇ ਜਿਹੜਾ ਰਿਓਤਵਾੜੀ ਸਿਸਟਮ ਹੈ ਇਹ ਆਪਾਂ ਨੂੰ ਡੈਕਨ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਤੇ ਸਭ ਤੋਂ ਐਂਡ ਦੇ ਵਿੱਚ ਪੰਜਾਬ ਤੇ ਸਿੰਧ ਤੇ ਨਾਰਥ ਇੰਡੀਆ ਨੂੰ ਕੈਪਚਰ ਕੀਤਾ ਗਿਆ ਤਾਂ ਆਪਾਂ ਦੇਖਾਂਗੇ ਕਿ ਸਭ ਤੋਂ ਐਂਡ ਦੇ ਵਿੱਚ ਆਏਗਾ ਤੁਹਾਡਾ ਮਹਲਵਾੜੀ ਸਿਸਟਮ। ਠੀਕ ਹੈ ਜੀ। ਤਾਂ ਇਹਨਾਂ ਦੀ ਅੱਜ ਕ੍ਰੋਨੋਲੋਜੀ ਦੇਖਾਂਗੇ ਤੇ ਇਹਨਾਂ ਦੇ ਵਿੱਚ ਦੇਖਾਂਗੇ ਕੀ ਪੁਆਇੰਟਸ ਇੰਪੋਰਟੈਂਟ ਸੀ ਤੇ ਕੀ ਇਹਨਾਂ ਦੇ ਕੀ ਸੀ ਡਰਾਬੈਕ ਸੀ। ਠੀਕ ਹੈ ਜੀ। ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਜਾਰਾਦਾਰੀ ਸਿਸਟਮ। ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਇਜਾਰਾਦਾਰੀ ਸਿਸਟਮ ਦੀ ਤਾਂ ਤੁਸੀਂ ਇੱਕ ਆਪ ਹੀ ਸੋਚ ਸਕਦੇ ਹੋ ਕਿ ਬ੍ਰਿਟਿਸ਼ਰ ਜਿਹੜੇ ਨੇ ਬੰਗਾਲ ਜਿੱਤਣ ਤੋਂ ਬਾਅਦ ਜਦੋਂ ਉਹਨਾਂ ਕੋਲ ਕੀ ਆ ਗਿਆ, ਰੈਵਨਿਊ ਰਾਈਟਸ ਆ ਗਏ। ਬੰਗਾਲ ਦੇ ਉੜੀਸਾ ਦੇ ਰੈਵਨਿਊ ਰਾਈਟਸ ਆ ਗਏ। ਕਿਹੜੇ ਬੈਟਲ ਤੋਂ ਬਾਅਦ ਆਣਗੇ ਤਾਂ ਆਪਾਂ ਨੂੰ ਪਤਾ ਹੈ ਕਿ ਬਕਸਰ ਦੀ ਲੜਾਈ ਤੋਂ ਬਾਅਦ ਟ੍ਰੀਟੀ ਹੋਏਗੀ ਇਲਾਹਾਬਾਦ ਦੀ। ਇਲਾਹਾਬਾਦ ਤੋਂ ਬਾਅਦ ਬੰਗਾਲ, ਬਿਹਾਰ ਤੇ ਉੜੀਸਾ ਦੇ ਜਿੰਨਾ ਵੀ ਰੈਵਨਿਊ ਹੈ ਉਹ ਕਿਹਨਾਂ ਕੋਲ ਆਣਾ ਸ਼ੁਰੂ ਹੋ ਜਾਏਗਾ, ਬ੍ਰਿਟਿਸ਼ਰ ਕੋਲ ਆਣਾ ਸ਼ੁਰੂ ਹੋ ਜਾਏਗਾ। ਹੁਣ ਬ੍ਰਿਟਿਸ਼ਰ ਨੇ ਉੱਥੇ ਕੀ ਸ਼ੁਰੂ ਕੀਤਾ, ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਇਜਾਰਾਦਾਰੀ ਸਿਸਟਮ। ਠੀਕ ਹੈ ਜੀ। ਪਹਿਲਾਂ ਸਭ ਤੋਂ ਨਾਮ ਕੀ ਯਾਦ ਰੱਖਣੇ ਨੇ, ਦੇਖੋ ਜੀ ਨਾਮ ਯਾਦ ਰੱਖਣਾ ਕਿ ਇਹ ਇੰਟਰੋਡਿਊਸ ਕਿਹਨੇ ਕੀਤਾ ਸੀ ਤਾਂ ਨਾਮ ਯਾਦ ਰੱਖਿਓ ਵਾਰਨ ਹੇਸਟਿੰਗ। ਇਹ ਵਾਰਨ ਹੇਸਟਿੰਗ ਨਾਮ ਆਪਾਂ ਪਹਿਲਾਂ ਵੀ ਕਿਤੇ ਪੜਿਆ ਸੀ ਤਾਂ ਤੁਹਾਨੂੰ ਯਾਦ ਹੋਏਗਾ ਕਿ ਆਪਾਂ ਬੈਟਲ ਆਫ ਬਕਸਰ ਵਾਲੀ ਜਦੋਂ ਕਲਾਸ ਲਗਾਈ ਸੀ ਤਾਂ ਉਹਦੇ ਵਿੱਚ ਪੜਿਆ ਸੀ ਇੱਕ ਚੀਜ਼ ਆਪਾਂ, ਡਿਊਅਲ ਫਾਰਮ ਆਫ ਗਵਰਨਮੈਂਟ। ਠੀਕ ਹੈ ਜੀ। ਜਿਹੜੀ ਡਿਊਅਲ ਫਾਰਮ ਆਫ ਗਵਰਨਮੈਂਟ ਸੀ ਉਹ ਸ਼ੁਰੂ ਕੀਤੀ ਸੀ ਰਾਬਰਟ ਕਲਾਈਵ ਨੇ ਤੇ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਕਾਫੀ ਜ਼ਿਆਦਾ ਕੀ ਸੀਗੀ, ਆਪਾਂ ਕਹਿ ਸਕਦੇ ਹਾਂ ਕਮੀਆਂ ਪੇਸ਼ੀਆਂ ਸੀ, ਉਹਦੇ ਡਰਾਬੈਕ ਸੀਗੇ ਜਿਸ ਦੇ ਨਾਲ ਜਿਹੜੀ ਰਿਸਪੌਂਸਿਬਿਲਟੀ ਸੀ ਉਹ ਤਾਂ ਨਵਾਬ ਦੀ ਸੀ ਪਰ ਟੋਟਲ ਰੈਵਨਿਊ ਜਿਹੜਾ ਸੀ ਤੇ ਜਸਟਿਸ ਸਿਸਟਮ ਸੀ ਉਹ ਬ੍ਰਿਟਿਸ਼ਰ ਕੋਲ ਸੀਗਾ, ਜਿਹਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਜਿਹੜਾ ਹੈ ਬੰਗਾਲ ਦੇ ਵਿੱਚ ਬੁਰੇ ਹਾਲ ਹੋ ਗਏ ਸੀ। ਜਿਹਨੂੰ ਆਂਦੇ ਹੀ ਜੇ ਗੱਲ ਕਰਾਂਗੇ ਤਾਂ ਅਬੋਲਿਸ਼ ਕੌਣ ਕਰ ਰਹੇ ਸੀਗੇ, ਅਬੋਲਿਸ਼ ਕਰ ਰਹੇ ਸੀ ਰਾਬਰਟ ਕਲਾਈਵ ਤੋਂ ਬਾਅਦ ਜਿਹੜੇ ਆਣਗੇ ਵਾਰਨ ਹੇਸਟਿੰਗ। ਤਾਂ ਨਾਮ ਯਾਦ ਰੱਖਿਓ ਵਾਰਨ ਹੇਸਟਿੰਗ। ਇਹਨਾਂ ਨੇ ਹੀ ਸ਼ੁਰੂ ਕੀਤਾ ਕਿਹੜਾ ਸਿਸਟਮ, ਇਜਾਰਾਦਾਰੀ ਸਿਸਟਮ। ਹੁਣ ਇਹ ਇਜਾਰਾਦਾਰੀ ਸਿਸਟਮ ਹੋਏਗਾ ਕੀ, ਦੇਖੋ ਜੀ
ਬ੍ਰਿਟਿਸ਼ਰ ਜਿਹੜੇ ਨੇ, ਅੰਗਰੇਜ਼ ਜਿਹੜੇ ਨੇ ਕਿਸ ਵਾਸਤੇ ਆਏ ਨੇ? ਉਹ ਸਿਰਫ ਤੇ ਸਿਰਫ ਜੇ ਗੱਲ ਕਰੀਏ ਇੰਡੀਆ ਤੋਂ ਵੱਧ ਪ੍ਰੋਫਿਟ ਚਾਹੀਦਾ ਉਹਨਾਂ ਨੂੰ। ਉਹ ਵਪਾਰ ਕਰਨ ਆਏ ਨੇ, ਵਪਾਰੀ ਨੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਚਾਹੀਦਾ? ਪ੍ਰੋਫਿਟ ਚਾਹੀਦਾ। ਉਹਨਾਂ ਨੂੰ ਨਹੀਂ ਪਤਾ ਕਿ ਜੋ ਮਰਜ਼ੀ ਪ੍ਰੋਫਿਟ ਆਏ, ਉਹਨਾਂ ਨੂੰ ਤਾਂ ਪ੍ਰੋਫਿਟ ਹੀ ਚਾਹੀਦਾ। ਹੁਣ ਪ੍ਰੋਫਿਟ ਕਿੱਥੋਂ ਆਏਗਾ? ਰੈਵਨਿਊ ਕਿੱਥੋਂ ਦਾ? ਬਿਹਾਰ ਦਾ, ਬੰਗਾਲ ਦਾ ਤੇ ਉੜੀਸਾ ਦਾ। ਕਿਹਨਾਂ ਕੋਲ ਆ ਗਿਆ? ਬ੍ਰਿਟਿਸ਼ਰ ਕੋਲ ਆ ਗਿਆ। ਕਦੋਂ ਆ ਗਿਆ? ਟ੍ਰੀਟੀ ਤੋਂ ਬਾਅਦ ਆ ਗਿਆ। ਟ੍ਰੀਟੀ ਕਿਹੜੀ? ਇਲਾਹਾਬਾਦ ਦੀ। ਹੁਣ ਬ੍ਰਿਟਿਸ਼ਰਸ ਨੇ ਇਹ ਸੋਚਿਆ ਕਿ ਆਪਾਂ ਕੀ ਕਰਦੇ ਹਾਂ, ਨੀਚੋਂ ਦੀ ਜਿਹੜਾ ਰੈਵਨਿਊ ਇਕੱਠਾ ਹੋਣਾ ਹੈ ਇਹਨੂੰ ਮੈਕਸੀਮਾਈਜ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਰੈਵਨਿਊ ਜਿਹੜਾ ਹੈ ਸਾਨੂੰ ਆਵੇ। ਤਾਂ ਉਹਨਾਂ ਨੇ ਸਿਸਟਮ ਲੈ ਕੇ ਆਏ ਇਜਾਰਾਦਾਰੀ ਸਿਸਟਮ। ਇਹਦੇ ਵਿੱਚ ਕੀਤਾ ਕੀ ਜਾਏਗਾ? ਸਪੋਜ਼ ਕਰੋ ਜੀ, ਜੇ ਇੱਕ ਬ੍ਰਿਟਿਸ਼ਰਸ ਕੋਲ ਬਿਹਾਰ ਵਾਲਾ ਜਿਹੜਾ ਲੈਂਡ ਹੈ, ਬੰਗਾਲ ਵਾਲਾ ਲੈਂਡ ਹੈ, ਉੱਥੇ ਕੀ ਲੱਗਣਗੀਆਂ? ਬੋਲੀਆਂ ਲੱਗਣਗੀਆਂ। ਠੀਕ ਹੈ ਜੀ, ਉੱਥੇ ਕੀ ਲੱਗਣਗੀਆਂ? ਬੋਲੀਆਂ ਲੱਗਣਗੀਆਂ ਕਿ ਦੱਸੋ ਜੀ ਆਹ ਲੈਂਡ ਹੈ, ਇਹਦਾ ਲੈਂਡ ਦਾ ਸਾਨੂੰ ਸਭ ਤੋਂ ਵੱਧ ਜਿਹੜਾ ਟੈਕਸ ਹੈਗਾ ਇਕੱਠਾ ਕਰਕੇ ਕੌਣ ਦੇਗਾ? ਇੱਥੋਂ ਦੀ ਟੈਕਸ ਇਕੱਠਾ ਕਰਕੇ ਕੌਣ ਦੇਗਾ? ਠੀਕ ਹੈ ਜੀ, ਧਿਆਨ ਰੱਖਿਓ ਇੱਥੇ ਪਹਿਲਾਂ ਵੀ ਸਿਸਟਮ ਚੱਲਦਾ ਸੀ। ਜੇ ਗੱਲ ਕਰੀਏ ਪਹਿਲਾ ਸਿਸਟਮ ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲਾਂ ਕੀ ਚੱਲਦਾ ਸੀ, ਜਿਹਦੇ ਬੰਗਾਲ 'ਚ ਚੱਲਦਾ ਸੀ ਨਵਾਬ ਦੇ ਟਾਈਮ, ਤਾਂ ਉੱਥੇ ਇਹ ਚੱਲਦਾ ਸੀ ਕਿ ਸਭ ਤੋਂ ਉੱਪਰ ਕੀ ਹੁੰਦਾ ਸੀ? ਨਵਾਬ ਹੁੰਦਾ ਸੀ। ਨਵਾਬ ਨੇ ਨੀਚੇ ਕੀ ਰੱਖੇ ਹੁੰਦੇ ਸੀ? ਗੱਲ ਕਰੀਏ ਤਾਂ ਨਵਾਬ ਦੇ ਨੀਚੇ ਹੁੰਦੇ ਸੀ ਜ਼ਮੀਂਦਾਰ। ਠੀਕ ਹੈ ਜੀ, ਨਵਾਬ ਦੇ ਨੀਚੇ ਹੁੰਦੇ ਸੀ ਜ਼ਮੀਂਦਾਰ। ਤੇ ਇਹ ਜ਼ਮੀਂਦਾਰ ਕੀ ਕਰਦੇ ਸੀ? ਆਪਣਾ ਟੈਕਸ ਤੇ ਨੀਚੇ ਪਿੰਡਾਂ ਵਾਲਿਆਂ ਦਾ ਟੈਕਸ ਜਿਹੜਾ ਸੀਗਾ ਕਿਸਾਨਾਂ ਦਾ, ਛੋਟੇ ਕਿਸਾਨਾਂ ਦਾ, ਉਹ ਇਕੱਠਾ ਕਰਕੇ ਕੀ ਕਰਦੇ ਸੀ? ਜੇ ਗੱਲ ਕਰੀਏ ਤਾਂ ਉਹ ਨਵਾਬ ਦੇ ਕੋਲ ਪਹੁੰਚਾ ਦਿੰਦੇ ਸੀ। ਠੀਕ ਹੈ ਜੀ, ਇਹ ਸਿਸਟਮ ਚੱਲਦਾ ਸੀ। ਹੁਣ ਬੈਟਲ ਆਫ ਬਕਸਰ ਤੋਂ ਬਾਅਦ ਕੀ ਹੋਏਗਾ? ਆ ਨਵਾਬ ਜਿਹੜਾ ਇਹਨੂੰ ਹਟਾ ਦਿੱਤਾ ਗਿਆ। ਇਹਦੀ ਜਗ੍ਹਾ ਸਾਰਾ ਦਾ ਸਾਰਾ ਰੈਵਨਿਊ ਕਿਹਦੇ ਕੋਲ ਜਾ ਰਿਹਾ ਸੀਗਾ? ਬ੍ਰਿਟਿਸ਼ਰਸ ਕੋਲ ਜਾ ਰਿਹਾ ਸੀ। ਹੁਣ ਜਦੋਂ ਬ੍ਰਿਟਿਸ਼ਰਸ ਕੋਲ ਇਹ ਸਾਰਾ ਦਾ ਸਾਰਾ ਰੈਵਨਿਊ ਜਾ ਰਿਹਾ ਤਾਂ ਉਹ ਸੋਚਣਗੇ ਕਿ ਨੀਚੋਂ ਦੀ ਜਿਹੜੇ ਲੋਕ ਇਕੱਠਾ ਕਰਕੇ ਲੈ ਕੇ ਆ ਰਹੇ ਨੇ ਟੈਕਸ, ਇਹਨਾਂ ਨੂੰ ਤਾਂ ਲੱਗੇਗਾ ਕਿ ਇਹੀ ਸਾਨੂੰ ਟੈਕਸ ਦੇ ਰਹੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਨੀਚੇ ਜਿਹੜਾ ਹੈ ਛੋਟਾ ਕਿਸਾਨ ਟੈਕਸ ਪੇ ਕਰ ਰਿਹਾ, ਉਹ ਜ਼ਮੀਂਦਾਰ ਨੂੰ ਦੇ ਰਿਹਾ। ਜ਼ਮੀਂਦਾਰ ਜਿਹੜਾ ਇਕੱਠਾ ਕਰਕੇ ਆਪਣਾ ਟੈਕਸ ਨਾਲ ਦੇ ਕੇ ਨਵਾਬ ਨੂੰ ਦੇ ਰਿਹਾ ਸੀ। ਉਹਨਾਂ ਨੂੰ ਤਾਂ ਇਹ ਲੱਗ ਰਿਹਾ ਕਿ ਜਿਹੜਾ ਜ਼ਮੀਂਦਾਰ ਹੈ ਇਹੀ ਟੈਕਸ ਦਿੰਦਾ। ਤਾਂ ਉਹ ਕਈ ਕਹਿਣਗੇ ਕਿ ਇਹ ਜ਼ਮੀਂਦਾਰ ਹੈ, ਇਹ ਜ਼ਿਆਦਾ ਟੈਕਸ ਦੇਗਾ। ਇਹ ਜ਼ਿਆਦਾ ਟੈਕਸ ਕਿਵੇਂ ਦੇਗਾ? ਕਹਿਣਗੇ ਕਿ ਅਸੀਂ ਕੀ ਲਵਾਉਂਦੇ ਹਾਂ ਜੀ, ਹੁਣ ਹੋਏਗੀ ਲੈਂਡ ਦੀ ਆਕਸ਼ਨ, ਅਸੀਂ ਲਵਾਉਂਦੇ ਹਾਂ ਜੀ ਬੋਲੀਆਂ। ਆ ਜ਼ਮੀਂਦਾਰ ਨੂੰ ਹਟਾਓ, ਇਹ ਜ਼ਮੀਂਦਾਰ ਦੀ ਜਗ੍ਹਾ ਹੋਰ ਜ਼ਮੀਂਦਾਰ ਆ ਜਾਣਗੇ ਇੱਥੇ। ਤਾਂ ਜ਼ਮੀਂਦਾਰਾਂ ਦੀ ਆਪਸ ਦੇ ਵਿੱਚ ਕੀ ਹੋਏਗੀ? ਜਿਹੜੇ ਸੈਂਟਰ ਦੇ ਵਿੱਚ ਬੰਦੇ ਹੋਣਗੇ ਉਹਨਾਂ ਦੀ ਹੋਏਗੀ ਆਕਸ਼ਨ ਕਿ ਦੱਸੋ ਨੀਚੋਂ ਦੀ ਟੈਕਸ ਇਕੱਠਾ ਕਰਕੇ ਕੌਣ ਜ਼ਿਆਦਾ ਲੈ ਕੇ ਆਏਗਾ। ਤਾਂ ਇੱਥੇ ਆਪਾਂ ਦੇਖਾਂਗੇ ਇਜਾਰਾਦਾਰੀ ਸਿਸਟਮ ਦੇ ਵਿੱਚ ਕੀ ਹੁੰਦਾ ਸੀ? ਜਿਹੜਾ ਸਭ ਤੋਂ ਜ਼ਿਆਦਾ ਹਾਈਐਸਟ ਬਿਡਰ ਹੁੰਦਾ ਸੀ, ਜਿਹੜਾ ਸਭ ਤੋਂ ਵੱਧ ਬੋਲੀ ਲਾ ਦਿੰਦਾ ਸੀ ਕਿ ਮੈਂ ਨੀਚੋਂ ਦੀ ਤੁਹਾਨੂੰ ਇੰਨਾ ਕਰੋੜ ਆਪਾਂ ਕਵਾਂਗੇ, ਇੰਨੇ ਲੱਖ ਜਿਹੜਾ ਕੀ ਕਰਕੇ ਦੇਵਾਂਗਾ, ਟੈਂਸ਼ਨ ਦੀ ਟੈਕਸ ਇਕੱਠਾ ਕਰਕੇ ਦੇਵਾਂਗਾ, ਤਾਂ ਉਹਨੂੰ ਕੀ ਦੇ ਦਿੱਤੀ ਜਾਂਦੀ ਸੀ? ਉੱਥੋਂ ਦੀ ਮਾਲਕੀਅਤ ਦੇ ਦਿੱਤੀ ਜਾਂਦੀ ਸੀ। ਕਲੀਅਰ? ਕਿੰਨੀ ਦੇਰ ਲਈ ਦਿੱਤੀ ਜਾਂਦੀ ਸੀ? ਪਹਿਲਾਂ ਇਹ ਲੰਬੇ ਸਮੇਂ ਲਈ ਦਿੱਤੀ ਜਾਂਦੀ ਸੀ, ਪਰ ਅੱਗੇ ਜਾ ਕੇ ਜਿਹੜਾ ਹੈ ਇਹ ਸਿਰਫ 1 ਸਾਲ ਲਈ ਦਿੱਤੀ ਜਾਂਦੀ ਸੀ। ਕਲੀਅਰ ਹੈ ਜੀ? ਇਹੀ ਇਹਦਾ ਕੀ ਹੋਏਗਾ? ਡਰਾਬੈਕ ਹੋਏਗਾ ਇਜਾਰਾਦਾਰੀ ਸਿਸਟਮ ਦਾ। ਇਹ ਕਿਹਦੇ ਲਈ ਹੋਏਗੀ? ਸਿਰਫ 1 ਸਾਲ। ਹਰ ਸਾਲ ਕੀ ਲਾਣੀ ਪੈਣੀ ਹੈ? ਬੋਲੀ ਹੀ ਲੱਗੇਗੀ। ਠੀਕ ਹੈ ਜੀ, ਇਹਦੇ ਚ ਯਾਦ ਰੱਖਿਓ ਜਿਹੜਾ ਇੱਥੇ ਜ਼ਮੀਂਦਾਰ ਹੈ, ਜੇ ਗੱਲ ਕਰੀਏ ਇਜਾਰਾਦਾਰੀ ਸਿਸਟਮ ਦੀ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ, ਤਾਂ ਧਿਆਨ ਰੱਖਿਓ ਜਿਹੜਾ ਜ਼ਮੀਂਦਾਰ ਹੈ ਉਹਨੂੰ ਇੱਥੇ ਬ੍ਰਿਟਿਸ਼ਰ ਨੇ ਸਿਰਫ ਇੱਕ ਰੈਵਨਿਊ ਕਲੈਕਟਰ ਹੀ ਸਮਝਿਆ। ਠੀਕ ਹੈ ਜੀ, ਉਹਨੂੰ ਇਹ ਸੀਗਾ ਕਿ ਨੀਚੋਂ ਰੈਵਨਿਊ ਇਕੱਠਾ ਕਰਕੇ ਸਾਨੂੰ ਦੇਗਾ ਤੇ ਅਸੀਂ ਜਿਹੜਾ ਹੈ ਇਹਦੀ ਬਜਾਏ ਹੋਰ ਬੰਦੇ ਦੀ ਕੀ ਲਗਾ ਦੇਣਾ, ਬੋਲੀਆਂ ਲਵਾ ਦੇਣਾ। ਕਲੀਅਰ? ਤਾਂ ਇੱਥੇ ਯਾਦ ਰੱਖਿਓ ਕਿ ਜਿਹੜਾ ਹੈ ਇਹਨੂੰ ਕੀ ਸਮਝਿਆ ਗਿਆ? ਜ਼ਮੀਂਦਾਰ ਨੂੰ ਸਿਰਫ ਰੈਵਨਿਊ ਕਲੈਕਟਰ ਸਮਝਿਆ ਗਿਆ, ਇਹਨੂੰ ਲੈਂਡਲੋਰਡ ਨਹੀਂ ਸਮਝਿਆ ਗਿਆ। ਠੀਕ ਹੈ ਜੀ, ਇਹਨੂੰ ਲੈਂਡਲੋਰਡ ਨਹੀਂ ਸਮਝਿਆ ਗਿਆ। ਬਸ ਇਹਨੂੰ ਇਹ ਸੀ, ਇਹਨਾਂ ਨੂੰ ਇਹ ਸੀ ਵੀ ਇਹਨੂੰ ਕੀ ਹੈ, ਇੱਕ ਕਮਿਸ਼ਨ ਦਿਓ ਤੇ ਇਹ ਨੀਚੋਂ ਦੀ ਟੈਕਸ ਇਕੱਠਾ ਕਰਕੇ ਸਾਨੂੰ ਦੇ ਦੇਗਾ। ਕਲੀਅਰ? ਚਲੋ ਜੀ, ਹੁਣ ਜੇ ਗੱਲ ਕਰੀਏ ਇਹਦੇ ਡਰਾਬੈਕ ਦੀ, ਵੀ ਇਹਦੇ ਚ ਕਮੀ ਕੀ ਸੀ? ਸਭ ਤੋਂ ਵੱਡੀ ਕਮੀ ਤਾਂ ਇਹ ਸੀ ਕਿ ਹਰ ਸਾਲ ਹੋਏਗਾ, ਇੱਕ ਸਾਲ ਨਾਲ ਹੋਏਗਾ ਕਿ ਬ੍ਰਿਟਿਸ਼ਰ ਤੇ ਬਹੁਤ ਜ਼ਿਆਦਾ ਬਰਡਨ ਹੈ। ਕੀ ਬਰਡਨ ਹੈ? ਭਾਰ ਕੀ ਹੈ ਬ੍ਰਿਟਿਸ਼ਰ ਦੇ ਉੱਪਰ? ਹਰ ਸਾਲ ਬੋਲੀ ਲਵਾਉਣੀ ਪੈਣੀ ਹੈ। ਤਾਂ ਬੋਲੀ ਲਵਾਓ। ਇੱਕ ਪਾਸੇ ਤੁਸੀਂ ਲੜ ਰਹੇ ਹੋ, ਤੁਸੀਂ ਮਰਾਠਿਆਂ ਨਾਲ ਲੜਨਾ, ਮੈਸੂਰ ਨਾਲ ਲੜਨਾ ਹੈ, ਹੈਦਰ ਅਲੀ ਲੜ ਰਿਹਾ, ਉਧਰ ਟਿੱਪੂ ਸੁਲਤਾਨ ਲੜ ਰਿਹਾ, ਦੂਜੇ ਪਾਸੇ ਤੁਸੀਂ ਕਿੱਧਰ ਫਸੇ ਹੋਏ ਹੋ? ਬੋਲੀ ਲਵਾਓ ਜੀ, ਤਾਂ ਹੀ ਥੱਲੇ ਉਹਦੀ ਟੈਕਸ ਇਕੱਠਾ ਹੋਏਗਾ। ਤਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਇਹ ਚੀਜ਼ ਹੋਏਗੀ ਕਿ ਇੱਕ ਵਾਰ ਦੇ ਵਿੱਚ ਹੀ ਲੰਬੀ ਸੈਟਲਮੈਂਟ ਕਰ ਲਿੱਤੀ ਜਾਵੇ, ਇੱਕ ਵਾਰ ਦੇ ਵਿੱਚ ਹੀ ਇੱਕ ਬੰਦੇ ਨੂੰ ਅਗਲੇ 10 ਸਾਲ 20 ਸਾਲ ਦੀ ਮਾਲਕੀਅਤ ਦੇ ਦੇਣਾ। ਠੀਕ ਹੈ ਜੀ। ਦੂਜੀ ਗੱਲ ਜੇ ਗੱਲ ਕਰੀਏ ਤਾਂ ਇੱਥੇ ਜਿਹੜੀ ਆਕਸ਼ਨ ਹੋ ਰਹੀ ਹੈ, ਜਿਹੜੀ ਇੱਥੇ ਬੋਲੀ ਲੱਗਦੀ ਹੈ, ਤਾਂ ਇੱਥੇ ਕਈ ਵਾਰ ਗਲਤੀ ਇਹ ਹੋ ਜਾਂਦੀ ਸੀ ਅੰਗਰੇਜ਼ਾਂ ਤੋਂ, ਜਿਹੜਾ ਬੋਲੀ ਲਾਉਣ ਵਾਲਾ ਸੀ ਉਹ ਇੰਨੀ ਬੋਲੀ ਲਗਾ ਦਿੰਦਾ ਸੀ ਕਿ ਨੀਚੇ, ਹੁਣ ਇੱਕ ਜੇ ਗੱਲ ਕਰੀਏ ਆਹ ਖੇਤ ਹੈ, ਇਹਦੀ ਖੇਤ ਦੀ ਕੀ ਹੋਏਗੀ? ਇੱਕ ਕੈਪੈਸਿਟੀ ਹੋਏਗੀ ਕਿ ਇਹਦੇ ਵਿੱਚੋਂ ਇੰਨਾ ਹੀ ਅਨਾਜ ਨਿਕਲਣਾ ਹੈ। ਹੁਣ ਸਪੋਜ਼ ਕਰ ਲਓ ਇਹਦੇ ਚੋਂ ਜੇ ਨਿਕਲਣਾ ਅਨਾਜ ਨਿਕਲਣਾ ਜੀ 1000 ਦਾ, ਤੇ 1000 ਦੇ ਵਿੱਚੋਂ ਕਿਸਾਨ ਵੀ ਤਾਂ ਕੁਝ ਰੱਖੇਗਾ, ਉਹਦੇ ਵਿੱਚੋਂ ਕੁਝ ਕਿਸਾਨ ਰੱਖੇਗਾ, ਫਿਰ ਕੁਝ ਜ਼ਮੀਂਦਾਰ ਰੱਖੇਗਾ, ਫਿਰ ਅੰਗਰੇਜ਼ਾਂ ਕੋਲ ਜਾਏਗਾ। ਹੁਣ ਜੇ ਉੱਪਰੋਂ ਕੋਈ ਬੋਲੀ ਲਗਾਉਣ ਵਾਲਾ ਕਹਿ ਜਾਏ ਕਿ ਆਹ ਜਿਹੜਾ ਕਿਸਾਨ ਜਾਂ ਆਪਾਂ ਕਹਿ ਸਕਦੇ ਆਹ ਜ਼ਮੀਨ ਦਾ ਟੋਟਾ ਹੈ, ਇਹਦੇ ਵਿੱਚੋਂ ਜੀ ਮੈਂ ਤੁਹਾਨੂੰ 2000 ਰੁਪਏ ਕੱਢ ਕੇ ਦੇਵਾਂਗਾ, ਤਾਂ ਕਿੱਥੋਂ ਦੇ ਨਿਕਲਣਗੇ ਹੀ ਨਹੀਂ। ਇਹੀ ਸਭ ਤੋਂ ਵੱਡੀ ਗਲਤੀ ਸੀ। ਜਿਹੜੇ ਜ਼ਮੀਂਦਾਰ ਸੀਗੇ ਜਾਂ ਜਿਹੜੇ ਆਕਸ਼ਨ ਕਰਦੇ ਸੀ, ਬੋਲੀ ਲੱਗਦੇ ਸੀ, ਉੱਥੇ ਵੱਡੀਆਂ ਬੋਲੀਆਂ ਲਾ ਦਿੰਦੇ ਸੀ, ਪਰ ਉਹਨੀ ਤਾਂ ਐਕਚੁਅਲ ਦੇ ਵਿੱਚ ਜੇ ਗੱਲ ਕਰੀਏ ਕੈਪੈਸਿਟੀ ਹੀ ਨਹੀਂ ਹੁੰਦੀ ਸੀ ਲੈਂਡ ਦੀ। ਕਲੀਅਰ? ਤਾਂ ਇਹ ਵੀ ਕੀ ਸੀਗਾ, ਇਹਦਾ ਸਭ ਤੋਂ ਵੱਡਾ ਡਰਾਬੈਕ ਸੀ। ਤਾਂ ਹੁਣ ਇਹਦੇ ਹੀ ਡਰਾਬੈਕਸ ਨੂੰ, ਇਹਦੇ ਹੀ ਕਮੀਆਂ ਪੇਸ਼ੀਆਂ ਨੂੰ ਅੱਗੇ ਅੰਗਰੇਜ਼ ਕੀ ਕਰਨਗੇ? ਇੱਕ ਨਵਾਂ ਸਿਸਟਮ ਲੈ ਕੇ ਆਣਗੇ ਜਿਹਨੂੰ ਆਪਾਂ ਕੀ ਕਵਾਂਗੇ? ਪਰਮਾਨੈਂਟ ਸੈਟਲਮੈਂਟ। ਠੀਕ ਹੈ, ਜਿਹਨੂੰ ਪਰਮਾਨੈਂਟ ਸੈਟਲਮੈਂਟ ਵੀ ਕਹਿੰਦੇ ਆਪਾਂ, ਤੇ ਇਹਨੂੰ ਆਪਾਂ ਜ਼ਮੀਂਦਾਰੀ ਸਿਸਟਮ ਵੀ ਕਹਿੰਦੇ ਆ।
ਪਰਮਾਨੈਂਟ ਸੈਟਲਮੈਂਟ ਵੀ ਕਹਿੰਦੇ ਆ ਤੇ ਜ਼ਮੀਂਦਾਰੀ ਸਿਸਟਮ ਵੀ ਕਹਿੰਦੇ ਆ। ਹੁਣ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਪਰਮਾਨੈਂਟ ਸੈਟਲਮੈਂਟ मतलब कि अगले 20 साल ਲਈ 10 ਸਾਲ ਲਈ ਪਰਮਾਨੈਂਟ ਸੈਟਲਮੈਂਟ ਹੋਗੀ ਕਿ ਤੁਸੀਂ ਸਾਨੂੰ ਕਿੰਨਾ ਟੈਕਸ ਦੇਣਾ। ਬਸ ਇਹ ਨਹੀਂ ਕਿ ਹਰ ਸਾਲ ਬੋਲੀ ਲੱਗ ਰਹੀ ਹੈ, ਨਹੀਂ, ਹਰ ਸਾਲ ਬੋਲੀ ਵਾਲਾ ਕੰਮ ਖਤਮ। ਪਰਮਾਨੈਂਟ ਸੈਟਲਮੈਂਟ ਹੋਏਗੀ, ਲੌਂਗ ਟਰਮ ਦੀ ਤੁਹਾਡੇ ਨਾਲ ਕੀ ਹੋਏਗੀ, ਇੱਕ ਸੈਟਲਮੈਂਟ ਕੀਤੀ ਜਾਏਗੀ। ਕਲੀਅਰ ਹੈ ਜੀ। ਦੇਖੋ ਜੀ, ਜੇ ਗੱਲ ਕਰੀਏ ਇੱਥੇ ਨਾਮ ਯਾਦ ਰੱਖਣਾ, ਬਿਲਕੁਲ ਯਾਦ ਰੱਖਣਾ, ਪੇਪਰ ਦੇ ਵਿੱਚ ਨਾਮ ਹੀ ਪੁੱਛੇ ਜਾਂਦੇ ਨੇ। ਜੇ ਇਜਾਰਾਦਾਰੀ ਸਿਸਟਮ ਦਾ ਆਏਗਾ ਤਾਂ ਨਾਮ ਯਾਦ ਰੱਖਿਓ ਵਾਰਨ हेस्टिंग। ਜੇ ਗੱਲ ਕਰੀਏ ਪਰਮਾਨੈਂਟ ਸੈਟਲਮੈਂਟ ਦੀ ਤਾਂ ਤੁਸੀਂ ਨਾਮ ਯਾਦ ਰੱਖਣਾ ਹੈ लॉर्ड कॉर्नवालिस। ठीक है जी, पहले इजारादारी सिस्टम आया, उस तो बाद आएगा परमानेंट सैटलमेंट। जे गल करिए परमानेंट सैटलमेंट, लॉर्ड कॉर्नवालिस। एरिया केड़ा, ਉਹੀ ਏਰੀਆ ਜਿਹੜਾ ਪਹਿਲਾਂ ਸੀ। ਜ਼ਿਆਦਾ ਜੇ ਏਰੀਆ ਹੈਗਾ ਕਿ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ਰ ਨੇ, ਅੰਗਰੇਜ਼ਾਂ ਨੇ ਅਜੇ ਜ਼ਿਆਦਾ ਏਰੀਆ ਕੈਪਚਰ ਨਹੀਂ ਕੀਤਾ। ਠੀਕ ਹੈ ਜੀ, ਅਜੇ ਇਹਨਾਂ ਦੀ ਲੜਾਈ ਜਿਹੜੀ ਹੈ ਮੈਸੂਰ ਨਾਲ ਲੜ ਰਹੇ, ਮਰਾਠਿਆਂ ਨਾਲ ਲੜ ਰਹੇ ਨੇ, ਪਰ ਏਰੀਆ ਇਹਨਾਂ ਕੋਲ ਕਿਹੜਾ ਚੱਲ ਰਿਹਾ, ਉਹੀ ਚੱਲ ਰਿਹਾ ਬੰਗਾਲ ਵਾਲਾ ਇਹਨਾਂ ਦੇ ਕੋਲ ਹੈ, ਬਿਹਾਰ ਵਾਲਾ ਇਹਨਾਂ ਦੇ ਕੋਲ ਹੈ। ਠੀਕ ਹੈ ਜੀ, ਕੁਝ ਏਰੀਆ ਜਿਹੜਾ ਬਨਾਰਸ ਦਾ ਤੇ ਉੜੀਸਾ ਦਾ, ਪਰ ਨੀਚੇ ਗੱਲ ਕਰਾਂਗੇ ਤਾਂ ਇਹਨਾਂ ਕੋਲ ਕਰਨਾਟਕ ਵਾਲਾ ਵੀ ਰੀਜਨ ਆ ਜਾਏਗਾ। ठीक है जी, चलो जी, जे गल करिए परमानेंट सैटलमेंट दी तो ये देखो कुछ चीज अलग हुई, बिल्कुल हुई। पिछले जे आप गल करें इजारादारी दे विच जमींदार नूं की मन्निया गया सी कि ये कमीशन रखेगा तो अपना रेवेन्यू नीचे दा कलैक्ट करके पैसे सानू दे देगा। पर इत्थे पहली बार अंग्रेजां ने जमींदार नूं की मन्निया कि ये तां जी ओनर है लैंड दा, ये की है, ਇਹਦਾ ही सारा खेत ने। ठीक है जी, ਪਿੱਛੇ ਮੰਨ ਰਹੇ ਸੀ ਕਿ ਓਨਰ ਨਹੀਂ ਹੈਗਾ, ਇਹ ਤਾਂ ਨੀਚੋਂ ਦੀ ਟੈਕਸ ਇਕੱਠਾ ਕਰਕੇ ਦੇ ਦੇਗਾ ਸਾਨੂੰ, ਪਰ ਇੱਥੇ ਪਹਿਲੀ ਵਾਰ ਕੀ ਮੰਨ ਰਹੇ ਨੇ ਕਿ ਇਹ ਹੈ ਓਨਰ। ਠੀਕ ਹੈ ਜੀ, मतलब कि ਨੀਚੇ ਜਿੰਨੇ ਵੀ ਛੋਟੇ ਕਿਸਾਨ ਨੇ ਉਹ ਛੋਟੇ ਕਿਸਾਨ ਨਹੀਂ ਹੈਗੇ, ਉਹ ਸਾਰੀ ਜ਼ਮੀਨ ਤਾਂ ਜ਼ਮੀਂਦਾਰ ਦੀ ਹੈ ਤੇ ਜ਼ਮੀਂਦਾਰ ਨੇ ਸਾਨੂੰ ਕੀ ਦੇਣਾ, ਟੈਕਸ ਦੇਣਾ। ਠੀਕ ਹੈ ਜੀ, ਜੇ ਗੱਲ ਕਰੀਏ ਆਪਾਂ ਪਰਮਾਨੈਂਟ ਸੈਟਲਮੈਂਟ ਦੀ ਤਾਂ ਜਦੋਂ ਜ਼ਮੀਂਦਾਰ ਨੂੰ ਹੀ ਕੀ ਮੰਨ ਲਿਆ ਤੁਸੀਂ, ਵਿੱਚ ਓਨਰ ਮੰਨ ਲਿਆ ਕਿ ਇਹਦੀ ਹੀ ਸਾਰੀ ਜ਼ਮੀਨ ਹੈ, ਤਾਂ ਉਹਨੂੰ ਕੀ ਕਹਿਣਗੇ ਕਿ ਲੈ ਤੁਸੀਂ ਐਵੇਂ ਕਰੋ ਕਿ 1/11। ਠੀਕ ਹੈ ਜੀ, ਇਹਨੂੰ ਸਿੰਪਲ ਭਾਸ਼ਾ 'ਚ ਕਹਿੰਦੇ ਆ ਕਿ ਜੇ 100 ਨੀਚੋਂ ਦੀ ਆਪਾਂ ਗੱਲ ਕਰਾਂਗੇ ਕਿ ਰੈਵਨਿਊ ਆ ਰਿਹਾ ਤਾਂ 89 ਜਿਹੜਾ ਹੈਗਾ ਉਹ ਬ੍ਰਿਟਿਸ਼ਰ ਕੋਲ ਚਲਾ ਜਾਏਗਾ ਤੇ 11 ਜਿਹੜਾ ਹੋਏਗਾ ਪਾਰਟ ਉਹ ਕਿਹਦੇ ਕੋਲ ਚਲ ਜਾਏਗਾ, ਜ਼ਮੀਂਦਾਰ ਖੁਦ ਰੱਖ ਲੇਗਾ। ठीक है जी, ਜੇ ਥੱਲੇ ਉਹਦੀ 100 ਰੁਪਏ ਆ ਰਿਹਾ ਤਾਂ 11 ਰੁਪਏ ਜਿਹੜਾ ਹੈ ਜ਼ਮੀਂਦਾਰ ਖੁਦ ਰੱਖੇਗਾ ਤੇ 89 ਰੁਪਏ ਜਿਹੜੇ ਨੇ ਉਹ ਕਿਹਨੂੰ ਦੇ ਦੇਗਾ, ਅੰਗਰੇਜ਼ਾਂ ਨੂੰ ਦੇ ਦੇਗਾ ਐਜ਼ ਦ ਫਾਰਮ ਆਫ ਟੈਕਸ। ਕਲੀਅਰ। ਹੁਣ ਇਹਦੇ ਵਿੱਚ ਚੀਜ਼ ਕੀ ਹੋ ਰਹੀ ਹੈ, ਇੱਥੇ ਹੋ ਰਹੀ ਹੈ ਤੁਹਾਡੀ ਪਰਮਾਨੈਂਟ, ਆਪਾਂ ਗੱਲ ਕਰਾਂਗੇ ਸੈਟਲਮੈਂਟ। ਤਾਂ ਯਾਦ ਰੱਖਿਓ ਇੱਥੇ ਜਿਹੜੀ ਹੈ ਬ੍ਰਿਟਿਸ਼ਰਸ ਨੇ ਕੀਤਾ ਕੀ, ਇਹਨਾਂ ਦੀ ਲੜਾਈਆਂ ਚੱਲ ਰਹੀਆਂ ਮਰਾਠਿਆਂ ਦੇ ਨਾਲ, ਮੈਸੂਰ ਦੇ ਨਾਲ, ਤਾਂ ਇਹਨਾਂ ਨੂੰ ਚਾਹੀਦਾ ਸੀ ਇੱਕ ਫਿਕਸ ਇਨਕਮ। ਇਹ ਨਹੀਂ ਹੈਗਾ ਕਿ ਇਸ ਸਾਲ ਵਧੀਆ ਬਿਡਿੰਗ ਹੋਗੀ, ਇਸ ਸਾਲ ਵਧੀਆ ਬੋਲੀ ਲੱਗੀ, ਅਗਲੇ ਸਾਲ ਵਧੀਆ ਬੋਲੀ ਨਹੀਂ ਲੱਗੀ, ਨਹੀਂ, ਉਹਨਾਂ ਨੇ ਲੰਬੇ ਸਮੇਂ ਦੀ ਕੰਟਰੈਕਟ ਕਰ ਲਏ। ਇਹਦੇ ਨਾਲ ਹੋਏਗਾ ਕੀ, ਦਾ ਧਿਆਨ ਰੱਖਿਓ, ਅੰਗਰੇਜ਼ਾਂ ਨੇ ਆਪਣੀ ਇੱਕ ਇਨਕਮ ਜਿਹੜੀ ਹੈ ਫਿਕਸ ਕਰ ਲਈ। ਇਹ ਫਿਕਸ ਇਨਕਮ ਦੇ ਨਾਲ ਹੀ ਹੁਣ ਉਹ ਕੀ ਕਰਨਗੇ, ਆਪਣੀ ਆਰਮੀ ਨੂੰ ਵੱਡਾ ਕਰ ਸਕਦੇ ਨੇ, ਬਾਕੀ ਹੋਰ ਵੀ ਇੰਡੀਆ ਦੇ ਉੱਪਰ ਜੇ ਰਾਜ ਕਰਨਾ ਹੈ, ਜਿੱਥੇ ਵੀ ਪੈਸੇ ਦੀ ਜ਼ਰੂਰਤ ਹੈ, ਹੁਣ ਉਹ ਕਿੱਥੋਂ ਦੀ ਫਿਕਸ ਇਨਕਮ ਆ ਰਹੀ ਹੈ, ਉਹ ਆ ਰਹੀ ਹੈ ਪਰਮਾਨੈਂਟ ਸੈਟਲਮੈਂਟ ਤੋਂ। ਬਿਹਾਰ ਤੋਂ, ਬੰਗਾਲ ਤੋਂ, ਉੜੀਸਾ ਤੋਂ ਪਰਮਾਨੈਂਟ ਸੈਟਲਮੈਂਟ ਹੋ ਚੁੱਕੀ ਹੈ, ਉੱਥੋਂ ਹਰ ਸਾਲ ਤੁਹਾਨੂੰ ਟੈਕਸ ਆਣਾ ਹੀ ਆਣਾ। ਕਲੀਅਰ ਹੈ ਜੀ। ਪਰ ਇਹਦੇ ਵਿੱਚ ਜੇ ਗੱਲ ਕਰੀਏ ਕੋਈ ਡਰਾਬੈਕ ਲੱਗਦਾ ਹੈ, ਕੋਈ ਕਮੀ ਪੇਸ਼ੀ ਲੱਗਦੀ ਹੈ ਅੰਗਰੇਜ਼ਾਂ ਦੇ ਪੁਆਇੰਟ ਆਫ ਵਿਊ ਦੇ ਨਾਲ, ਦੇਖੋ ਅੰਗਰੇਜ਼ ਬਣ ਕੇ ਸੋਚੋ ਤਾਂ ਤੁਸੀਂ ਦੇਖੋਗੇ ਕਿ ਨੀਚੋਂ ਦੀ ਤਾਂ ਟੈਕਸ ਇਕੱਠਾ ਹੋ ਰਿਹਾ ਕਿੰਨਾ, 100 ਰੁਪਏ, ਅੰਗਰੇਜ਼ਾਂ ਨੂੰ ਕਿੰਨਾ ਮਿਲਦਾ ਪਿਆ, ਸਿਰਫ 89। ਕਿਉਂ? ਆ 11 ਰੁਪਏ ਜਿਹੜੇ ਨੇ ਇਹ ਕੌਣ ਰੱਖ ਰਿਹਾ ਹੈ, ਇਹਦਾ ਜ਼ਮੀਂਦਾਰ ਰੱਖ ਰਿਹਾ ਹੈ। ਤਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਵੀ ਚੱਲੇਗੀ ਕਿ ਜੇ ਨੀਚੋਂ ਦੇ 100 ਰੁਪਏ ਟੈਕਸ ਆ ਰਿਹਾ ਤਾਂ ਸਾਨੂੰ 100 ਕਿਉਂ ਨਹੀਂ ਮਿਲ ਰਿਹਾ। ਇਹੀ ਵਜ੍ਹਾ ਹੋਏਗੀ, ਆਪਾਂ ਦੇਖਾਂਗੇ ਕਿ ਅੱਗੇ ਜਾ ਕੇ ਅੰਗਰੇਜ਼ ਜਿਹੜੇ ਨੇ ਉਹ ਸੋਚਣਗੇ ਆ ਜਿਹੜਾ ਮਿਡਲ ਮੈਨ ਹੈ, ਜਿਹੜਾ ਵਿੱਚ ਵਾਲਾ ਬੰਦਾ ਹੈ, ਵਿਚੋਲੀ ਹੈ ਜਿਹੜਾ, ਇਹਨੂੰ ਕੀ ਕੀਤਾ ਜਾਏ, ਸਾਈਡ ਕਰਦੇ ਆ। ਆਪਾਂ ਜਿਹੜਾ ਸਿੱਧਾ ਹੀ ਆਪ ਛੋਟੇ ਫਾਰਮਰਸ ਤੋਂ ਡਾਇਰੈਕਟਲੀ ਕੀ ਲੈਣਾ, ਟੈਕਸ ਲੈਣਾ ਸ਼ੁਰੂ ਕਰ ਲਾਂਗੇ। ਕਲੀਅਰ। ਚਲੋ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਪਰਮਾਨੈਂਟ ਸੈਟਲਮੈਂਟ ਦੀ। ਤਾਂ ਇਹਦੇ ਵਿੱਚ ਤੁਹਾਨੂੰ ਇੱਕ ਮਿਲ ਜਾਏਗਾ ਸਨਸੈਟ ਕਲੌਜ਼। ਹੁਣ ਸਨਸੈਟ ਕਲੌਜ਼ ਦਾ ਕੀ ਮਤਲਬ ਹੈ, ਸਿੰਪਲ ਜੀ ਗੱਲ ਹੈ, ਜੇ ਜ਼ਮੀਂਦਾਰ ਨੇ ਜਿੰਨਾ ਵੀ ਉਹਦਾ ਟੈਕਸ ਬਣਦਾ ਹੈ ਉਹ ਕੀ ਕਰਨਾ, ਅੰਗਰੇਜ਼ਾਂ ਨੂੰ ਦੇਣਾ। ਕਦੋਂ ਦੇਣਾ, ਸਵੇਰੇ ਦੇਣਾ, ਸ਼ਾਮ ਨੂੰ ਦੇਣਾ, ਅੱਜ ਦੇਣਾ, ਕੱਲ ਦੇਣਾ, ਕੋਈ ਡੇਟ ਕੋਈ ਟਾਈਮ ਸਪੈਸੀਫਿਕ ਸੀ ਉਦੋਂ ਨਹੀਂ ਸੀ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਇੱਕ ਸਨਸੈਟ ਲਾਅ ਲਾਤਾ ਇਹਦੇ ਵਿੱਚ। ਸਨਸੈਟ ਲਾਅ ਦਾ ਮਤਲਬ ਸੂਰਜ ਛਿਪਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਜ਼ਮੀਂਦਾਰ ਨੂੰ ਕਹਿ ਦੇਣਾ ਕਿ ਭਾਈ ਉਸ ਤਰੀਕ ਨੂੰ ਸੂਰਜ ਛਿਪਣ ਤੋਂ ਪਹਿਲਾਂ ਜੇ ਤਾਂ ਤੁਸੀਂ ਟੈਕਸ ਸਾਰਾ ਭਰਤਾ ਤਾਂ ਗੱਲ ਹੈ ਚੰਗੀ, ਜੇ ਤੁਸੀਂ ਫਲਾਣੀ ਤਰੀਕ ਤੋਂ ਸੂਰਜ ਛਿਪਣ ਤੋਂ ਬਾਅਦ ਜੇ ਟੈਕਸ ਭਰਦੇ ਹੋ ਤਾਂ ਤੁਹਾਡੀ ਜ਼ਮੀਂਦਾਰੀ ਅਸੀਂ ਵਾਪਸ ਲੈ ਲਾਂਗੇ, ਤੁਹਾਡੀ ਜਗ੍ਹਾ ਕੋਈ ਹੋਰ ਜ਼ਮੀਂਦਾਰ ਨੂੰ ਅਪਾਇੰਟ ਕਰ ਦਿੱਤਾ ਜਾਏਗਾ। ਕਲੀਅਰ। ਇੱਕ ਡੇਟ ਦੇ ਦਿੱਤੀ ਜਾਏਗੀ, ਫਿਕਸ ਡੇਟ ਦੇ ਦਿੱਤੀ ਜਾਏਗੀ, ਉਸ ਦਿਨ ਦੇ ਸਨਸੈਟ ਤੋਂ ਪਹਿਲਾਂ ਜੇ ਤੁਸੀਂ ਟੈਕਸ ਭਰਤਾ ਜ਼ਮੀਂਦਾਰ ਨੇ ਤਾਂ ਚੰਗੀ ਗੱਲ ਹੈ, ਜੇ ਨਹੀਂ ਭਰਿਆ ਤਾਂ ਉਹ ਜ਼ਮੀਂਦਾਰ ਕੋਲੋਂ ਉਸਦੀ ਸਾਰੀ ਜਿੰਨੀ ਵੀ ਜ਼ਮੀਂਦਾਰੀ ਹੈ ਉਹ ਹਟ ਜਾਏਗੀ ਜਾਏਗੀ, ਉਹਦੀ ਜਗ੍ਹਾ ਨਵੇਂ ਜ਼ਮੀਂਦਾਰ ਨੂੰ ਲਿਆਇਆ ਜਾਏਗਾ। ਕਲੀਅਰ ਹੈ ਜੀ। ਤਾਂ ਯਾਦ ਰੱਖਿਓ ਇਹ ਸਨਸੈਟ ਲਾਅ ਜਿਹੜਾ ਹੈਗਾ ਕਿਹਦੇ ਨਾਲ ਹੈ, ਪਰਮਾਨੈਂਟ ਸੈਟਲਮੈਂਟ ਦੇ ਨਾਲ ਐਸੋਸੀਏਟਡ ਹੈ। ਚਲੋ ਜੀ,
ਨੈਕਸਟ ਗੱਲ ਕਰਦੇ ਹਾਂ, ਆ ਗਿਆ ਜੀ ਆਪਣਾ ਪਰਮਾਨੈਂਟ ਸੈਟਲਮੈਂਟ। ਫੋਟੋ ਦੇ ਨਾਲ ਤੁਸੀਂ ਜ਼ਿਆਦਾ ਈਜ਼ੀਲੀ ਪੜ੍ਹ ਸਕਦੇ ਹੋ, ਇਹਨੂੰ ਸਮਝ ਸਕਦੇ ਹੋ। ਆ ਗਿਆ ਜੀ ਆਪਣਾ ਪਰਮਾਨੈਂਟ ਸੈਟਲਮੈਂਟ। ਹੁਣ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜਾ ਹੈਗਾ ਖੇਤੀ ਕਰ ਰਿਹਾ, ਖੇਤੀ ਕਰਨ ਤੋਂ ਬਾਅਦ ਉਹਨੂੰ ਜੋ ਵੀ ਪੈਸੇ ਬਚ ਰਹੇ ਨੇ, ਸਪੋਜ਼ ਕਰ ਲਓ ਉਹਨੇ ਟੈਕਸ ਦੇਣੇ ਆ, ਕਿੰਨੇ 4 ਰੁਪਏ ਟੈਕਸ ਦੇਣੇ ਨੇ। ਹੁਣ ਇੱਥੇ ਜੇ ਗੱਲ ਕਰਾਂਗੇ ਜ਼ਮੀਂਦਾਰ ਦੀ, ਤਾਂ ਉਹਨੇ ਕੀ ਕਰਨਾ, ਉਹਦੇ ਵਿੱਚੋਂ ਦੀ ਆਪਣਾ ਕਮਿਸ਼ਨ ਰੱਖ ਲਿਆ, ਉਹਨੇ ਇੱਕ ਜਿਹੜਾ ਹੈਗਾ ਬੋਰੀ ਹੈ 1 ਰੁਪਿਆ ਜਿਹੜਾ ਆਪਣੇ ਕੋਲ ਰੱਖ ਲਿਆ, ਤੇ ਬਾਕੀ ਜਿਹੜਾ ਅੰਗਰੇਜ਼ਾਂ ਨੂੰ ਦੇਤੇ। ਠੀਕ ਹੈ ਜੀ, ਅੰਗਰੇਜ਼ਾਂ ਕੋਲ ਪਹੁੰਚੇ ਕਿੰਨੇ, 3 ਪਹੁੰਚੇ। ਪਿੱਛੋਂ ਦੀ ਟੈਕਸ ਦਿਆ ਕਿੰਨਾ ਗਿਆ ਸੀਗਾ 4, ਇੱਕ ਜ਼ਮੀਂਦਾਰ ਨੇ ਖੁਦ ਕੋ ਰੱਖ ਲਿਆ। ਤਾਂ ਅੰਗਰੇਜ਼ ਇੱਥੇ ਕਾਫੀ ਜ਼ਿਆਦਾ ਕੀ ਹੋਣਗੇ, ਗੋਰੇ ਜੇ ਗੱਲ ਕਰੀਏ ਕਾਫੀ ਗੁੱਸੇ 'ਚ ਨੇ। ਉਹ ਦੇਖਦੇ ਨੇ ਕਿ ਇਹ ਹੋ ਕੀ ਰਿਹਾ, ਟੈਕਸ ਦੇ ਰਹੇ ਨੇ 4 ਰੁਪਏ, ਸਾਡੇ ਕੋਲ ਪਹੁੰਚ ਰਿਹਾ 3, ਹੋ ਕੀ ਰਿਹਾ, 1 ਰੁਪਿਆ ਰੱਖ ਕੌਣ ਰਿਹਾ, ਜ਼ਮੀਂਦਾਰ ਰੱਖ ਰਿਹਾ। ਕਿਉਂ ਰੱਖ ਰਿਹਾ ਇਹ? ਮੇਨ ਚੀਜ਼ ਤਾਂ ਇਹੀ ਹੈ ਕਿ ਗੋਰੇ ਆਏ ਕਿਉਂ ਨਹੀਂ ਇੰਡੀਆ 'ਚ, ਅੰਗਰੇਜ਼ ਆਏ ਕਿਉਂ ਨੇ, ਲੁੱਟਣ ਆਏ ਨੇ। ਉਹ ਦੇਖ ਰਹੇ ਨੇ ਅਸੀਂ ਤਾਂ ਲੁੱਟਣਾ ਹੀ ਲੁੱਟਣਾ, ਅਸੀਂ ਜਿੱਤਣੇ ਆ, ਅਸੀਂ ਸਾਰਾ ਕਬਜ਼ਾ ਕੀਤਾ, ਲੜਾਈਆਂ ਅਸੀਂ ਲੜੀਆਂ, ਇਹ 1 ਰੁਪਿਆ ਜ਼ਮੀਂਦਾਰ ਫ੍ਰੀ 'ਚ ਰੱਖੀ ਜਾਂਦਾ। ਉੱਪਰੋਂ ਦੀ ਆਪਣੇ ਇਹਨਾਂ ਦੇ ਕੀ ਹੋ ਗਏ, 1-1 ਰੁਪਿਆ ਰੱਖ ਕੇ ਸ਼ਾਹੀ ਠਾਠ ਬਾਠ ਹੋ ਗਏ। ਕਲੀਅਰ? ਤਾਂ ਇੱਥੇ ਅੰਗਰੇਜ਼ ਜਿਹੜੇ ਸੋਚਣਗੇ ਕਿ ਹੁਣ ਅਗਲਾ ਜਿਹੜਾ ਵੀ ਪਾਸਾ ਆਪਾਂ ਕੀ ਕਰਾਂਗੇ, ਕਨਕੁਐਸਟ ਕਰਾਂਗੇ, ਅਗਲਾ ਪਾਸਾ ਜਿਹੜਾ ਵੀ ਇੰਡੀਆ ਦਾ ਆਪਾਂ ਕੈਪਚਰ ਕਰਾਂਗੇ, ਤਾਂ ਉੱਥੇ ਜ਼ਮੀਂਦਾਰੀ ਸਿਸਟਮ ਨਹੀਂ ਲੈਣਾ। ਤਾਂ ਆਪਾਂ ਜੇ ਗੱਲ ਕਰੀਏ ਜ਼ਮੀਂਦਾਰੀ ਸਿਸਟਮ ਸ਼ੁਰੂ ਤੋਂ ਲਾਤਾ, ਉਸ ਤੋਂ ਬਾਅਦ ਬੰਗਾਲ ਜਿੱਤਣ ਤੋਂ ਬਾਅਦ ਜਦੋਂ ਡੈਕਨ ਜਾਣਗੇ ਤਾਂ ਜ਼ਮੀਂਦਾਰੀ ਸਿਸਟਮ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਾ। ਕਿਉਂ ਨਹੀਂ ਦੇਖਣ ਨੂੰ ਮਿਲਣਾ? ਗੋਰਿਆਂ ਦੇਖ ਰਹੇ ਨੇ ਕਿ 1-1 ਰੁਪਿਆ ਇਹ ਤਾਂ ਸਾਡਾ ਰੈਵਨਿਊ ਲਾਸ ਹੋ ਰਿਹਾ, ਇਹ ਨਹੀਂ ਹੋ ਸਕਦਾ। ਤਾਂ ਹੁਣ ਹੋਏਗਾ ਕਿ ਅਗਲਾ ਜਿਹੜਾ ਵੀ ਏਰੀਆ ਕਨਕੁਐਸਟ ਕੀਤਾ ਜਾਏਗਾ, ਜਿਹੜਾ ਵੀ ਅਗਲਾ ਏਰੀਆ ਅੰਗਰੇਜ਼ਾਂ ਦੇ ਅੰਡਰ ਆਏਗਾ, ਉੱਥੇ ਜਿਹੜਾ ਹੈ ਅੰਗਰੇਜ਼ ਕਹਿਣਗੇ ਕਿ ਆ ਜ਼ਮੀਂਦਾਰ ਨੂੰ ਬਾਈਪਾਸ ਹੀ ਕਰ ਦਿਓ, ਇਹਨੂੰ ਹੁਣ ਪੈਸੇ ਦੇਣ ਦੀ ਜ਼ਰੂਰਤ ਨਹੀਂ, ਅਸੀਂ ਸਿੱਧਾ ਕੀ ਕਰਾਂਗੇ, ਕਿਸਾਨਾਂ ਦੇ ਨਾਲ ਡੀਲ ਕਰਾਂਗੇ। ਉੱਥੋਂ ਦੀ 4 ਰੁਪਏ ਆਣਗੇ, ਸਾਡੇ ਕੋਲ ਸਿੱਧੇ ਦੇ ਸਿੱਧੇ 4 ਆ ਜਾਣਗੇ, 100% ਸਾਡੇ ਕੋਲ ਆ ਗਿਆ ਟੈਕਸ, ਕੋਈ ਉਹਦੇ ਵਿੱਚ ਆਪਾਂ ਕਵਾਂਗੇ ਮਿਡਲਮੈਨ ਨਹੀਂ ਹੈਗਾ। ਕਲੀਅਰ? ਯਾਦ ਰੱਖਿਓ, ਮਿਡਲਮੈਨ ਜਿਹੜਾ ਹੈਗਾ ਜ਼ਮੀਂਦਾਰੀ ਸਿਸਟਮ 'ਚ ਹੈ, ਰਿਓਤਵਾੜੀ ਸਿਸਟਮ ਦੇ ਵਿੱਚ ਨਹੀਂ ਹੈਗਾ। ਤਾਂ ਆ ਜਿਹੜਾ ਸਿਸਟਮ ਹੈ ਜਿੱਥੇ ਅੰਗਰੇਜ਼ ਜਿਹੜੇ ਨੇ ਡਾਇਰੈਕਟਲੀ ਕਿਸਾਨਾਂ ਤੋਂ ਪੈਸੇ ਲੈ ਰਹੇ ਨੇ, ਟੈਕਸ ਲੈ ਰਹੇ ਨੇ, ਤਾਂ ਇਹਨੂੰ ਆਪਾਂ ਕਿਹੜਾ ਸਿਸਟਮ ਕਵਾਂਗੇ, ਇਹਨੂੰ ਕਵਾਂਗੇ ਆਪਾਂ ਰਿਓਤਵਾੜੀ ਸਿਸਟਮ। ਠੀਕ ਹੈ ਜੀ, ਤਾਂ ਰਿਓਤਵਾੜੀ ਹੈ, ਜੇ ਤੁਹਾਨੂੰ ਕੋਈ ਪੁੱਛ ਲਵੇ ਕਿ ਰਿਓਤਵਾੜੀ ਬੰਗਾਲ ਵਾਲੇ ਏਰੀਆ 'ਚ ਲੱਗਿਆ ਹੋਵੇਗਾ, ਤੁਸੀਂ ਕਿਉਂ ਨਹੀਂ, ਉਹ ਤਾਂ ਸਭ ਤੋਂ ਪਹਿਲਾਂ ਜਿੱਤ ਲਿਆ ਸੀ, ਉੱਥੇ ਤਾਂ ਪਰਮਾਨੈਂਟ ਸੈਟਲਮੈਂਟ ਹੈ। ਠੀਕ ਹੈ ਜੀ, ਰਿਓਤਵਾੜੀ ਦਾ ਪਰਮਾਨੈਂਟ ਸੈਟਲਮੈਂਟ ਤੋਂ ਬਾਅਦ ਆਏਗਾ, ਤੇ ਇਹ ਡੈਕਨ ਦੇ ਏਰੀਆਸ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ, ਮਦਰਾਸ 'ਚ ਦੇਖਣ ਨੂੰ ਮਿਲ ਜਾਏਗਾ, ਬੰਬੇ 'ਚ ਦੇਖਣ ਨੂੰ ਮਿਲ ਜਾਏਗਾ। ਕਲੀਅਰ? ਚਲੋ ਜੀ ਸ਼ੁਰੂ ਕਰਦੇ ਹਾਂ ਰਿਓਤਵਾੜੀ ਸਿਸਟਮ। ਹੁਣ ਦੇਖੋ ਜੀ, ਰਿਓਤਵਾੜੀ ਸਿਸਟਮ ਦੇ ਵਿੱਚ ਅੰਗਰੇਜ਼ ਜਿਹੜਾ ਹੈ ਡਾਇਰੈਕਟਲੀ ਕੀ ਕਰਦਾ ਹੈ, ਕਿਸਾਨਾਂ ਤੋਂ ਟੈਕਸ ਵਸੂਲ ਕਰ ਰਿਹਾ। ਇਹਦੇ ਵਿੱਚ ਕੋਈ ਵੀ ਤੁਹਾਨੂੰ ਇੱਥੇ ਜ਼ਮੀਂਦਾਰ ਦੇਖਣ ਨੂੰ ਨਹੀਂ ਮਿਲ ਰਿਹਾ। ਚੰਗੀ ਚੀਜ਼ ਹੈ, ਸੋਚਿਆ ਅੰਗਰੇਜ਼ਾਂ ਨੇ, ਪਰ ਕੀ ਇਹਦੇ ਨਾਲ ਇਹ ਆਪਾਂ ਕਹਿ ਸਕਦੇ ਕਿ ਸਕਸੈਸਫੁਲ ਹੋ ਪਾਏਗਾ? ਕਿ ਇਹਦੇ ਨਾਲ ਅੰਗਰੇਜ਼ਾਂ ਦਾ ਟੈਕਸ ਜਿਹੜਾ ਹੈ ਵਧੇਗਾ? ਪਰ ਵਧੇਗਾ ਨਹੀਂ, ਘਟ ਜਾਏਗਾ। ਕਿਉਂ ਘਟੇਗਾ? ਸੋਚੋ ਥੋੜਾ ਜਿਹਾ ਕਿ ਅੰਗਰੇਜ਼ਾਂ ਨੇ ਤਾਂ ਸੋਚਿਆ ਸੀ 4 ਰੁਪਏ ਦੇ 4 ਰੁਪਏ ਸਾਡੇ ਕੋਲ ਆ ਜਾਣਗੇ, ਪਰ ਹੋਏਗਾ ਉਲਟ। ਟੈਕਸ ਰੈਵਨਿਊ ਜਿਹੜਾ ਹੈ ਅੰਗਰੇਜ਼ ਜਿਹੜਾ ਸੋਚ ਰਹੇ ਸੀ ਵਧੇਗਾ, ਉਹ ਘਟ ਜਾਏਗਾ ਉਲਟਾ। ਠੀਕ ਹੈ ਜੀ, ਚਲੋ ਪਹਿਲਾਂ ਗੱਲ ਕਰਦੇ ਹਾਂ ਪੇਪਰਾਂ ਦੇ ਹਿਸਾਬ ਨਾਲ। ਜੇ ਗੱਲ ਕਰੀਏ ਰਿਓਤਵਾੜੀ ਸਿਸਟਮ ਦੀ, ਤਾਂ ਆਪਾਂ ਇੱਥੇ ਨਾਮ ਯਾਦ ਰੱਖਣਾ, ਬਿਲਕੁਲ ਨਾਮ ਯਾਦ ਰੱਖਣੇ ਨੇ ਜੀ। 2 ਨਾਮ ਯਾਦ ਰੱਖਣੇ ਨੇ, ਇੱਕ ਹੈ ਥਾਮਸ ਮੁਨਰੋ, ਦੂਜਾ ਨਾਮ ਯਾਦ ਰੱਖਣਾ ਕੈਪਟਨ ਰੀਡ। ਠੀਕ ਹੈ ਜੀ, 2 ਨਾਮ ਨੇ, ਯਾਦ ਰੱਖਣੇ ਨੇ। ਈਅਰ ਤੁਸੀਂ ਦੇਖ ਸਕਦੇ ਹੋ 1820। 1820 ਕਿਹੜਾ ਸਾਲ ਹੋਏਗਾ ਜੇ? ਅਜੇ ਜੇ ਸਿੰਧ ਦੀ ਲੜਾਈ ਨਹੀਂ ਲੜੀ। ਲਾਸਟ ਕਲਾਸ 'ਚ ਆਪਾਂ ਗੱਲ ਕੀਤੀ ਸੀ ਐਂਗਲੋ ਸਿੱਖ ਵਾਰ ਜਿਹੜੀਆਂ ਨੇ ਉਹ ਅਜੇ ਨਹੀਂ ਹੋਈਆਂ। ਉਹ ਐਂਗਲੋ ਸਿੱਖ ਵਾਰ ਕਦੋਂ ਹੋਣਗੀਆਂ ਜਾ ਕੇ ਤੁਹਾਡੀਆਂ? ਆਲਮੋਸਟ 1840 1845 ਦੇ ਲਾਗੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਣਗੇ। ਠੀਕ ਹੈ ਜੀ, ਤੇ ਅਜੇ ਅਨੈਕਸੇਸ਼ਨ ਆਫ ਸਿੰਧ ਵੀ ਨਹੀਂ ਹੋਈ। ਸਿੰਧ ਕਦੋਂ ਅਨੈਕਸ ਹੋਏਗਾ? 1842 ਦੇ ਵਿੱਚ। ਕਲੀਅਰ? ਤਾਂ ਅਜੇ ਅਫਗਾਨਿਸਤਾਨ ਵਾਲੀ ਲੜਾਈ ਵੀ ਨਹੀਂ ਲੜੀ। ਅਜੇ ਤਾਂ ਨੀਚੇ ਡੈਕਨ ਜਿਹੜਾ ਹੈਗਾ ਮਹਾਰਾਸ਼ਟਰ ਵਾਲਾ ਰੀਜਨ ਹੈ, ਜਿਹੜਾ ਮਰਾਠਿਆਂ ਦੇ ਕੋਲ ਸੀਗਾ, ਜਿਹੜਾ ਮੈਸੂਰ ਦੇ ਕੋਲ ਸੀ, ਹੈਦਰਾਬਾਦ ਦੇ ਕੋਲ ਸੀ, ਟ੍ਰੈਵਨਕੋਰ ਦੇ ਕੋਲ ਸੀ, ਉਹ ਬ੍ਰਿਟਿਸ਼ਰਸ ਦੇ ਅੰਡਰ ਆ ਚੁੱਕਿਆ। ਉੱਥੇ ਉਹਨਾਂ ਨੇ ਸਿਸਟਮ ਲਾਤਾ ਰਿਓਤਵਾੜੀ। ਪਰ ਇਹਦੀਆਂ ਹੀ ਕੁਝ ਕਮੀਆਂ ਪੇਸ਼ੀਆਂ ਹੋਣਗੀਆਂ ਜਿਹਦੀ ਵਜ੍ਹਾ ਤੋਂ ਅਗਲਾ ਸਿਸਟਮ ਆਏਗਾ। ਠੀਕ ਹੈ ਜੀ, ਚਲੋ ਜੀ ਦੇਖਦੇ ਹਾਂ। ਸਭ ਤੋਂ ਪਹਿਲਾਂ ਰਿਓਤਵਾੜੀ ਸਿਸਟਮ, 2 ਨਾਮ ਯਾਦ ਰੱਖਣੇ ਨੇ ਆਪਾਂ, ਥਾਮਸ ਮੁਨਰੋ ਤੇ ਕੈਪਟਨ ਰੀਡ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਜੀ ਏਰੀਆ ਮਦਰਾਸ, ਆਪਾਂ ਨੂੰ ਪਹਿਲਾਂ ਹੀ ਪਤਾ ਹੈ ਮਦਰਾਸ ਹੁਣ ਬੰਬੇ ਜਿਹੜਾ ਹੈਗਾ, ਤੇ ਮਦਰਾਸ ਇਹ ਬੰਗਾਲ ਤੋਂ ਬਾਅਦ ਜਿਹੜਾ ਕੈਪਚਰ ਹੋਣਗੇ। ਮਦਰਾਸ 'ਚ ਆ ਜਾਏਗਾ ਜੀ, ਬੰਬੇ ਆ ਜਾਏਗਾ। ਉਸ ਤੋਂ ਇਲਾਵਾ ਥੋੜਾ ਜਿਹਾ ਈਸਟਰਨ ਬੰਗਾਲ ਤੇ ਅਸਾਮ ਤੇ ਕੁਰਗ। ਇਹ ਅਸਾਮ ਵਾਲਾ ਰੀਜਨ ਇੱਥੇ ਕਿਉਂ ਆ ਗਿਆ? ਕਿਉਂਕਿ ਆਪਾਂ ਕੱਲ ਦੇ ਲੈਕਚਰ 'ਚ ਕੀਤਾ ਸੀ ਐਂਗਲੋ ਬਰਮੀਜ਼ ਵਾਰ, ਯਾਦ ਆਇਆ? ਜਿਹੜਾ ਇਹ ਆਪਾਂ ਗੱਲ ਕਰੀਏ 1809 ਤੋਂ ਲੈ ਕੇ 1840 ਤੱਕ ਦੀ ਜੇ ਗੱਲ ਕਰੀਏ, ਇਹਦੇ ਵਿੱਚ ਜਿਹੜੇ 30 ਦੀ ਗੱਲ ਕਰਾਂਗੇ 30 ਸਾਲ ਸੀਗੇ ਆਲਮੋਸਟ, ਤੇ ਇਹਦੇ ਵਿੱਚ ਬ੍ਰਿਟਿਸ਼ਰ ਨੇ 2-3 ਲੜਾਈਆਂ ਲੜੀਆਂ ਹੋਈਆਂ ਸੀ। ਉਹ ਆਪਾਂ ਕੱਲ ਸਾਰੀਆਂ ਡਿਸਕਸ ਕੀਤੀਆਂ। ਐਂਗਲੋ ਨੈਪੋਲੀਜ਼ ਵਾਰ ਪੜ੍ਹ ਲਿਖੀ ਆ ਸੀ ਆਪਾਂ ਨੂੰ, ਐਂਗਲੋ ਬਰਮੀਜ਼ ਵਾਰ ਸੀਗੀ, ਬਰਮਾ ਦੀ ਜਿਹੜੀ ਵਾਰ ਸੀਗੀ ਉਹਦੇ 'ਚ ਟ੍ਰੀਟੀ ਸੀਗੀ, ਟ੍ਰੀਟੀ ਆਫ ਲਿਡੈਂਬੂ। ਉਹਦੇ ਕਰਕੇ ਅਸਾਮ ਵਾਲਾ ਏਰੀਆ ਜਿਹੜਾ ਸੀ ਕਿਹਨਾਂ ਕੋਲ ਆ ਗਿਆ? ਬ੍ਰਿਟਿਸ਼ਰ ਕੋਲ ਆ ਗਿਆ। ਉਹ ਅਸਾਮ ਦੇ ਏਰੀਆ ਦੇ ਵਿੱਚ ਹੁਣ ਪਰਮਾਨੈਂਟ ਸੈਟਲਮੈਂਟ ਲਾਉਣ ਦੀ ਭੁੱਲ ਨਹੀਂ ਕਰਨਗੇ। ਉਹ ਕਹਿਣਗੇ ਕਿ ਇੱਥੇ ਕੀ ਕਰੋ, ਨਵਾਂ ਸਿਸਟਮ ਲਾਉਂਦੇ ਆ, ਰਿਓਤਵਾੜੀ ਸਿਸਟਮ। ਕਲੀਅਰ ਹੈ ਜੀ? ਚਲੋ ਜੀ, ਜੇ ਦੇਖੀਏ ਇੱਥੇ ਹੁਣ ਆਪਾਂ ਗੱਲ ਕਰੀਏ ਰਿਓਤਵਾੜੀ ਸਿਸਟਮ ਦੇ ਵਿੱਚ, ਤਾਂ ਇੱਥੇ ਜਿਹੜੇ ਅੰਗਰੇਜ਼ ਨੇ ਉਹ ਡਾਇਰੈਕਟਲੀ ਕਲੈਕਟ ਕਰਨਗੇ ਰੈਵਨਿਊ ਕਿੱਥੋਂ ਦੀ? ਕਿਸਾਨਾਂ ਤੋਂ। ਕਲੀਅਰ?
ਚਲੋ ਜੀ ਅੱਗੇ ਗੱਲ ਕਰਦੇ ਹਾਂ। ਰੈਵਨਿਊ ਜਿਹੜਾ ਸੀਗਾ ਇੱਥੇ ਅੰਗਰੇਜ਼ਾਂ ਨੇ ਕੀ ਨਹੀਂ ਕੀਤਾ, ਫਿਕਸ ਨਹੀਂ ਕੀਤਾ, ਪਰਮਾਨੈਂਟ ਸੈਟਲਮੈਂਟ ਵਾਲੀ ਗਲਤੀ ਨਹੀਂ ਕੀਤੀ। ਉੱਥੇ ਪਹਿਲਾਂ ਹੀ ਸੈਟਲਮੈਂਟ ਹੋ ਗਈ ਕਿ ਅਗਲੇ 20 ਸਾਲ ਲਈ 10 ਸਾਲ ਲਈ ਤੁਸੀਂ ਕਿੰਨਾ ਟੈਕਸ ਦੇਣਾ ਹੈ। ਇੱਥੇ ਕਹਿੰਦੇ ਅੰਗਰੇਜ਼ ਕਿ ਅਸੀਂ ਫਿਕਸ ਨਹੀਂ ਕਰਦੇ, ਅਸੀਂ ਹਰ ਸਾਲ ਇੰਕਰੀਜ਼ ਵੀ ਕਰ ਸਕਦੇ ਹਾਂ, ਡਿਕਰੀਜ਼ ਵੀ ਕਰ ਸਕਦੇ ਹਾਂ, ਉਹ ਸਾਡੇ ਉੱਪਰ ਹੈ। ਸਾਨੂੰ ਲੱਗਦਾ ਹੈ ਕਿ ਫਸਲ ਚੰਗੀ ਹੋਗੀ ਅਸੀਂ ਟੈਕਸ ਵੱਧ ਲੈ ਲਾਂਗੇ। ਜੇ ਪਰਮਾਨੈਂਟ ਸੈਟਲਮੈਂਟ ਹੀ ਲਾਤਾ ਤਾਂ ਫਸਲ ਨੀਚੇ ਚੰਗੀ ਹੋਈ ਮਾੜੀ ਹੋਈ ਸਾਨੂੰ ਤਾਂ ਕੁਝ ਨਹੀਂ, ਸਾਨੂੰ ਤਾਂ ਉਨਾ ਹੀ ਮਿਲਣਾ ਹੈ। ਠੀਕ ਹੈ ਜੀ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਇਹਦੇ ਡਰਾਬੈਕਸ ਦੀ। ਤਾਂ ਸਭ ਤੋਂ ਵੱਡਾ ਡਰਾਬੈਕ ਕਿਉਂ ਆਪਾਂ ਰਿਓਤਵਾੜੀ ਤੋਂ ਮਾਹਲਵਾੜੀ ਸਿਸਟਮ ਤੇ ਜਾਵਾਂਗੇ, ਤਾਂ ਯਾਦ ਰੱਖਿਓ ਜੀ ਆ ਜਿਹੜੇ ਕਿਸਾਨ ਨੇ ਹੁਣ ਆਪਣੇ ਕਿਸਾਨ ਭਰਾ ਕੀ ਕਰਨ, ਇਹ ਖੇਤੀ ਕਰਨਗੇ ਜਾਂ ਇਹ ਜਾ ਕੇ ਆਪਾਂ ਗੱਲ ਕਰੀਏ ਟੈਕਸ ਪੇ ਕਰਨਗੇ। ਕਿ ਇਹ ਟੈਕਸ ਪੇ ਇਹਨਾਂ ਨੂੰ ਪਤਾ ਵੀ ਕਿੱਥੇ ਜਾ ਕੇ ਕਰਨਾ ਹੈ। ਅੰਗਰੇਜ਼ ਤਾਂ ਆਪਣਾ ਸਿਸਟਮ ਲਿਆ ਹੈ। ਹੋਰ ਛੱਡੋ ਜੀ, ਹੁਣ ਇੱਕ ਪਹਿਲਾਂ ਸੀਗਾ ਕਿ ਦੇਖੋ ਆ ਕਿਸਾਨ ਸੀਗਾ, ਆ ਅੰਗਰੇਜ਼ ਹੈ, ਇੱਥੇ ਆ ਗਿਆ ਜ਼ਮੀਂਦਾਰ। ਇੱਕ ਜ਼ਮੀਂਦਾਰ ਜਿਹੜਾ ਹੈਗਾ ਨੀਚੇ ਜਾ ਕੇ ਕਿੰਨੇ ਕਿਸਾਨਾਂ ਦਾ ਟੈਕਸ ਇਕੱਠਾ ਕਰਕੇ ਕਿਹਨੂੰ ਦੇ ਦਿੰਦਾ ਸੀ, ਅੰਗਰੇਜ਼ਾਂ ਨੂੰ ਦੇ ਦਿੰਦਾ ਸੀ। ਤਾਂ ਅੰਗਰੇਜ਼ਾਂ ਲਈ ਤਾਂ ਸੌਖੀ ਚੀਜ਼ ਸੀ ਇਹ ਕਿ ਇੱਕ ਬੰਦਾ ਆ ਰਿਹਾ ਉਹ ਨੀਚੇ 1000 ਬੰਦਿਆਂ ਦਾ ਟੈਕਸ ਉਹਨੂੰ 500 ਬੰਦੇ ਦੇ ਲੈ ਕੇ ਦੇ ਦਿੱਤਾ। ਹੁਣ ਕਿੱਥੇ 500 ਬੰਦਾ ਹੀ ਆ ਗਿਆ ਅੰਗਰੇਜ਼ਾਂ ਦੇ ਕੋਲ। ਹੁਣ ਅੰਗਰੇਜ਼ ਕੀ ਕਰਨਗੇ, ਗੋਰਿਆਂ ਨੂੰ ਕੀ ਪਤਾ ਕਿ 500 ਬੰਦਾ ਆ ਗਿਆ ਕਿਹਦਾ ਕਿੱਥੋਂ ਲਿਖੀਏ ਟੈਕਸ। ਤਾਂ ਇੱਥੇ ਹੋਏਗਾ ਕੀ, ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਲੋਕਾਂ ਤੋਂ ਨੀਚੇ ਛੋਟੇ ਛੋਟੇ ਕਿਸਾਨ ਆਣਗੇ ਟੈਕਸ ਦੇਣ। ਤਾਂ ਤੁਹਾਨੂੰ ਚਾਹੀਦਾ ਕੀ ਹੈ, ਤਾਂ ਤੁਹਾਨੂੰ ਇੱਥੇ ਇੱਕ ਮਸ਼ੀਨਰੀ ਚਾਹੀਦੀ ਹੈ ਜਿਹੜੇ ਇੱਥੇ ਤੁਹਾਨੂੰ ਕੀ ਕਰਨੇ ਪੈਣੇ, ਬੰਦੇ ਰਿਕਰੂਟ ਕਰਨੇ ਪੈਣੇ ਆ, ਜਿਹੜੇ ਇੱਕ ਆਫਿਸ ਬਣਾਉਣਾ ਪੈਣਾ ਅਲੱਗ ਤੋਂ, ਜਿਹੜਾ ਕੀ ਕਰੇ ਨੀਚੇ ਕਿਸਾਨ ਆ ਰਹੇ ਨੇ ਉਹਨਾਂ ਤੋਂ ਟੈਕਸ ਲਵੇ। ਤਾਂ ਹੋਏਗਾ ਕਿ ਇਹੀ ਗਲਤੀ ਅੰਗਰੇਜ਼ ਕਰਨਗੇ, ਉਹ ਬੰਦੇ ਰੱਖਤੇ, ਇੰਨਾ ਉਹਨਾਂ ਨੇ ਖਰਚਾ ਕਰਤਾ, ਇਹਨਾਂ ਦਾ ਨੀਚੋਂ ਦੀ ਰੈਵਨਿਊ ਹੀ ਨਹੀਂ ਸੀ ਆ ਰਿਹਾ ਜਿੰਨਾ ਉਹਨਾਂ ਨੇ ਖਰਚਾ ਕਰਤਾ। ਤਾਂ ਜਿੰਨਾ ਰੈਵਨਿਊ ਇੰਕਰੀਜ਼ ਹੋਣਾ ਸੀ ਰਿਓਤਵਾੜੀ ਦੇ ਵਿੱਚ ਸੋਚ ਰਹੇ 4 ਰੁਪਏ ਤੋਂ 4 ਰੁਪਏ ਆ ਜਾਣਗੇ, ਉਹ ਪਰ 4 ਰੁਪਏ ਦੀ ਜਾਏ 2 ਰੁਪਏ ਹੀ ਰਹਿ ਗਏ। ਪਹਿਲਾਂ 3 ਤਾਂ ਆ ਰਹੇ ਸੀਗੇ ਪਰਮਾਨੈਂਟ ਸੈਟਲਮੈਂਟ ਦੇ ਵਿੱਚ। ਇਹੀ ਗਲਤੀ ਕਿਹਨਾਂ ਨੇ ਕੀਤੀ, ਅੰਗਰੇਜ਼ਾਂ ਨੇ ਕੀਤੀ ਰਿਓਤਵਾੜੀ ਸਿਸਟਮ ਦੇ ਵਿੱਚ। ਹੁਣ ਇਹ ਗਲਤੀ ਦਾ ਕੀ ਕੀਤਾ ਜਾਏ, ਹੁਣ ਅੰਗਰੇਜ਼ ਜ਼ਮੀਂਦਾਰ ਨੂੰ ਲਿਆ ਨਹੀਂ ਸਕਦੇ, ਸਿੱਧਾ ਜੇ ਕਿਸਾਨਾਂ ਤੋਂ ਲੈ ਰਹੇ ਨੇ ਤਾਂ ਰੈਵਨਿਊ ਕੀ ਹੋ ਰਿਹਾ, ਘਟ ਰਿਹਾ। ਠੀਕ ਹੈ ਜੀ। ਹੁਣ ਕੀ ਕੀਤਾ ਜਾਏ, ਫਿਰ ਆਪਾਂ ਦੇਖਾਂਗੇ ਇੱਕ ਨਵਾਂ ਸਿਸਟਮ ਆਏਗਾ ਜਿਹਨੂੰ ਆਪਾਂ ਕਹਿੰਦੇ ਆ ਮਾਹਲਵਾੜੀ ਸਿਸਟਮ। ਠੀਕ ਹੈ ਜੀ, ਮਾਹਲਵਾੜੀ ਸਿਸਟਮ। ਹੁਣ ਮਾਹਲਵਾੜੀ ਦਾ ਮਤਲਬ ਕੀ ਹੈ, ਜੇ ਵਰਡ ਨੂੰ ਹੀ ਆਪਾਂ ਤੋੜ ਦਈਏ ਆਪਣਾ ਸਾਰਾ ਦਾ ਸਾਰਾ ਮਤਲਬ ਨਿਕਲ ਜਾਏਗਾ। ਠੀਕ ਹੈ ਜੀ। ਮਾਹਲ ਦਾ ਮਤਲਬ ਹੁੰਦਾ ਹੈ ਵਿਲੇਜ। ਹੁਣ ਅੰਗਰੇਜ਼ ਕਹਿਣਗੇ ਕਿ ਇੱਕ ਇੱਕ ਬੰਦੇ ਨੂੰ ਬੁਲਾ ਕੇ ਨਾ ਟੈਕਸ ਨਾ ਲੈਣ ਲੱਗ ਜਾਈਏ, ਇੱਕ ਇੱਕ ਬੰਦਾ ਆ ਕੇ ਟੈਕਸ ਦੇਣ ਲੱਗ ਜਾਏਗਾ, ਫਿਰ ਤਾਂ ਸਾਨੂੰ ਹੋਰ ਬੰਦੇ ਰੱਖਣੇ ਪੈ ਜਾਣੇ। ਤਾਂ ਆਪਾਂ ਕੀ ਕਰਦੇ ਹਾਂ, ਮਾਹਲਵਾੜੀ ਸਿਸਟਮ ਲੈ ਕੇ ਨਾ, ਮਾਹਲ ਦਾ ਮਤਲਬ ਹੁੰਦਾ ਹੈ ਵਿਲੇਜ। ਫਿਰ ਉਹ ਕਹਿਣਗੇ ਕਿ ਐਵੇਂ ਕਰਦੇ ਆ, ਇੱਕ ਇੱਕ ਪਿੰਡ ਦਾ ਹੀ ਇਕੱਠਾ ਕਰ ਦਿੰਦੇ ਕਿ ਆਹ ਪਿੰਡ ਹੈ ਜੀ, ਆਹ ਪਿੰਡ ਦਾ ਇੰਨਾ ਟੈਕਸ ਬਣਦਾ ਹੈ, ਦੋ ਪਿੰਡ ਦਾ ਬੰਦਾ ਕੋਈ ਵੀ ਆਪਸ ਚੋਂ ਸਿਲੈਕਟ ਕਰ ਲੈਣਗੇ, ਉਹ ਬੰਦਾ ਆ ਕੇ ਸਾਨੂੰ ਟੈਕਸ ਦੇ ਦੇ। ਹੁਣ ਸਾਰੇ ਪਿੰਡ ਦੇ ਇਕੱਲਾ ਇਕੱਲਾ ਕਿਸਾਨ ਉੱਠ ਕੇ ਨਾ ਜੇ ਟੈਕਸ ਦੇਣ, ਪਿੰਡ ਆਪੇ ਡਿਸਾਈਡ ਕਰ ਲੇ, ਜਾਂ ਇਕੱਠੇ 2-3 ਪਿੰਡਾਂ ਨੂੰ ਇਕੱਠਾ ਕਰਕੇ ਕਹਿ ਦੇਣਗੇ ਕਿ ਭਾਈ ਆ 3 ਪਿੰਡਾਂ ਦਾ ਇੰਨਾ ਟੈਕਸ ਬਣਦਾ ਹੈ, ਤੁਸੀਂ ਕੀ ਕਰਨਾ, ਪੇ ਕਰਨਾ। ਇਹ ਕੀ ਹੋਏਗਾ, ਮਾਹਲਵਾੜੀ ਸਿਸਟਮ। ਹੁਣ ਤੁਸੀਂ ਸਾਰਿਆਂ ਨੇ ਮੂਵੀ ਤਾਂ ਦੇਖੀ ਹੋਣੀ ਹੈ ਜੀ, ਲਗਾਨ। ਕਾਫੀ ਵਧੀਆ ਮੂਵੀ ਸੀਗੀ। ਇਹਦੇ ਵਿੱਚ ਤੁਸੀਂ ਆ ਡਾਇਲੋਗ ਵੀ ਹੈ, 3 ਗੁਣਾ ਲਗਾਨ ਦੇਣਾ ਪੜੇਗਾ। ਹੁਣ 3 ਗੁਣਾ ਲਗਾਨ ਜੇ ਧਿਆਨ ਰੱਖੋਗੇ ਤਾਂ ਉਹ ਅਮੀਰ ਖਾਨ ਤੋਂ ਨਹੀਂ ਮੰਗਦਾ ਹੁੰਦਾ ਸੀ। ਉਹ ਕਿਦੋਂ ਕਹਿੰਦਾ ਸੀ ਆ ਸਾਰਾ ਹੀ ਗਾਉਂ ਨੇ, ਇਹਨਾਂ ਤੋਂ ਲੈਣਾ ਮੈਂ। ਤਾਂ ਤੁਸੀਂ ਦੇਖੋਗੇ ਜਦੋਂ ਮੈਚ ਦੇ ਵਿੱਚ ਜਾਂਦੇ ਵੀ ਨੇ ਤਾਂ ਉਹ ਕਾਫੀ ਜ਼ਿਆਦਾ ਵਿਰੋਧ ਵੀ ਕੀਤਾ ਜਾਂਦਾ ਹੈ ਕਿ ਕਿਉਂ ਤੁਸੀਂ ਜਾ ਰਹੇ ਹੋ ਜੀ ਇਹਨਾਂ ਨਾਲ ਕ੍ਰਿਕਟ ਖੇਡਣ। ਉਹ ਕਾਫੀ 3-4 ਪਿੰਡ ਜਿਹੜੇ ਨੇ ਇਕੱਠੇ ਹੋ ਕੇ ਵੀ ਆ ਜਾਂਦੇ ਨੇ ਕਿ ਇੱਕ ਬੰਦੇ ਨੇ ਸਾਡਾ ਡਿਸੀਜਨ ਕਿਵੇਂ ਲੈ ਲਿਆ। ਤਾਂ ਉਹ ਕੀ ਚੱਲ ਰਿਹਾ, ਉਹ ਮਾਹਲਵਾੜੀ ਸਿਸਟਮ ਚੱਲਦਾ ਹੈ। ਤਾਂ ਉੱਥੇ ਕੀ ਚੱਲ ਰਿਹਾ, ਆਪਾਂ ਇਹ ਦੇਖ ਰਹੇ ਹਾਂ ਕਿ 3-4 ਪਿੰਡਾਂ ਦਾ ਇਕੱਠਿਆਂ ਦਾ ਕੀ ਕਰਤਾ, ਇੱਕ ਟੈਕਸ ਦੱਸਦਾ ਕਿ ਬਈ ਤੁਹਾਡੇ 3 ਪਿੰਡਾਂ ਦਾ ਇੱਕ ਇੰਨਾ ਟੈਕਸ ਬਣਦਾ ਹੈ, ਜਿਵੇਂ ਮਰਜ਼ੀ ਪੇ ਕਰੋ। ਸਾਨੂੰ ਨਹੀਂ ਪਤਾ, ਇੱਕ ਬੰਦਾ ਆ ਕੇ 3 ਪਿੰਡਾਂ ਦਾ ਟੈਕਸ ਦੇ ਦੇ, ਬਸ ਗੱਲ ਖਤਮ। ਠੀਕ ਹੈ ਜੀ। ਤਾਂ ਯਾਦ ਰੱਖਿਓ ਮਾਹਲਵਾੜੀ ਸਿਸਟਮ ਜਿਹੜਾ ਹੈ ਸਭ ਤੋਂ ਐਂਡ ਚ ਆਏਗਾ। ਨਾਮ ਯਾਦ ਰੱਖਣਾ, ਬਿਲਕੁਲ ਜੀ ਨਾਮ ਯਾਦ ਰੱਖਣਾ। ਨਾਮ ਯਾਦ ਰੱਖਿਓ ਹੋਲਟ ਮੈਕੈਂਜੀ। ਠੀਕ ਹੈ ਜੀ, ਹੋਲਟ ਮੈਕੈਂਜੀ ਨਾਮ ਯਾਦ ਰੱਖਣਾ। ਕਲੀਅਰ। ਇਸ ਤੋਂ ਬਾਅਦ ਜੇ ਗੱਲ ਕਰਾਂਗੇ ਕਿਹੜੇ ਕਿਹੜੇ ਏਰੀਆਜ਼, ਤਾਂ ਆਪਾਂ ਦੇਖਾਂਗੇ ਸੈਂਟਰਲ ਇੰਡੀਆ, ਪੰਜਾਬ। ਤੁਹਾਨੂੰ ਕਿਹਾ ਸੀ ਜਿਹੜਾ ਸਭ ਤੋਂ ਲਾਸਟ ਨੈਕਸਟ ਹੋਏਗਾ ਉੱਤੇ ਲੱਗੇਗਾ ਮਾਹਲਵਾੜੀ ਸਿਸਟਮ। ਉਸ ਤੋਂ ਇਲਾਵਾ ਗੰਗਾ ਵਾਲਾ ਏਰੀਆ, ਠੀਕ ਹੈ ਜੀ, ਗੰਗਾ ਪਲੇਨਸ ਵਾਲਾ ਏਰੀਆ। ਤਾਂ ਯਾਦ ਰੱਖਿਓ ਮਾਹਲਵਾੜੀ ਸਿਸਟਮ। ਇਹਦੇ ਵਿੱਚ ਡਿਸਾਈਡ ਕੀ ਕੀਤਾ, ਮਾਹਲ ਜਿਹੜਾ ਇੱਕ ਪੂਰਾ ਪਿੰਡ ਹੈ ਉਹਦਾ ਕਲੈਕਟਿਵਲੀ ਕਿੰਨਾ ਟੈਕਸ ਬਣਦਾ ਹੈ ਉਹ ਦਿੱਤਾ ਜਾਏਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਨ ਲੱਗੇ ਹਾਂ ਜੀ ਕਮਰਸ਼ਲਾਈਜੇਸ਼ਨ ਆਫ ਐਗਰੀਕਲਚਰ। ਹੁਣ ਇੱਕ ਚੀਜ਼ ਦਾ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਪਤਾ ਹੈ ਕਿ ਜਿਹੜੇ ਅੰਗਰੇਜ਼ ਨੇ ਇੰਡੀਆ ਆਣਗੇ ਸਿਰਫ ਆਪਣੇ ਪ੍ਰੋਫਿਟ ਲਈ। ਉਹਨਾਂ ਨੂੰ ਜਿੱਥੋਂ ਪ੍ਰੋਫਿਟ ਹੋਏਗਾ, ਜਿੱਥੋਂ ਲੁੱਟ ਸਕਦੇ ਨੇ ਉਹ ਲੁੱਟਣਗੇ। ਉਹ ਬਿਲਕੁਲ ਵੀ ਆਪਾਂ ਵਾਸਤੇ, ਆਪਾਂ ਜੇ ਗੱਲ ਕਰੀਏ ਇੰਡੀਆ ਵਾਸਤੇ ਸੋਚਣਗੇ ਬਹੁਤ ਘੱਟ ਸੋਚਣਗੇ, ਨਾ ਮਾਤਰ ਸੋਚਣਗੇ। ਹੁਣ ਅੰਗਰੇਜ਼ਾਂ ਦੇ ਟਾਈਮ ਤੋਂ ਹੀ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਅਕਾਲ ਪਏਗਾ, ਇੰਡੀਆ ਦੇ ਵਿੱਚ ਅਕਾਲ ਪੈਣਗੇ, ਸੁੱਖੇ ਪੈਣਗੇ। ਕਿਉਂ ਜੀ, ਲੋਕੀ ਜਿਹੜੇ ਨੇ ਭੁੱਖਮਰੀ ਨਾਲ ਮਰਨਗੇ। ਕਿਉਂ? ਇੰਡੀਆ ਜੇ ਧਿਆਨ ਰੱਖੀਏ, ਭਾਰਤ ਦੀ ਗੱਲ ਕਰੀਏ ਤਾਂ ਗੰਗਾ ਰਿਵਰ ਹੈ, ਪੰਜਾਬ 'ਚ ਇੰਨੀਆਂ ਨਦੀਆਂ ਨੇ ਜੀ। ਗੰਗਾ ਰਿਵਰ ਜਿਹੜੀ ਹੈਗੀ ਹੈ, ਗੰਗਾ ਦੇ ਆਪਾਂ ਗੱਲ ਕਰੀਏ ਪਾਣੀ ਜਿਹੜਾ ਬੰਗਾਲ ਤੱਕ ਜਾ ਰਿਹਾ ਹੈ, ਤਾਂ ਇੱਥੇ ਤਾਂ ਵਧੀਆ ਇੰਨੀ ਆਪਾਂ ਕਹਿ ਸਕਦੇ ਅਲੂਵੀਅਲ ਸੋਇਲ ਹੈ, ਇੱਥੇ ਤਾਂ ਸੁੱਕਾ ਪੈ ਹੀ ਨਹੀਂ ਸਕਦਾ। ਗੰਗਾ ਜੇ ਗੱਲ ਕਰੀਏ ਬੰਗਾਲ ਦੇ ਵਿੱਚ ਤਾਂ ਸੁੱਕਾ ਪੈ ਹੀ ਨਹੀਂ ਸਕਦਾ ਜੀ। ਕਿਉਂ ਪੈ ਰਿਹਾ ਸੁੱਕਾ ਉੱਥੇ?
ਉੱਥੇ ਪਾਣੀ ਦੀ ਕਮੀ ਸੀ? ਪਾਣੀ ਦੀ ਕਮੀ ਕੋਈ ਨਹੀਂ ਸੀ। ਫਿਰ ਸੁੱਕੇ ਕਿਉਂ ਪਏ? ਕਿਉਂ ਲੋਕਾਂ ਦੇ ਵਿੱਚ, ਉੱਥੇ ਆਪਾਂ ਗੱਲ ਕਰਾਂਗੇ ਬੰਗਾਲ ਦੇ ਵਿੱਚ ਅਕਾਲ ਪਿਆ, ਕਿਉਂ ਲੋਕੀ ਉੱਥੇ ਦੇ ਭੁੱਖਮਰੀ ਨਾਲ ਮਰੇ? ਕੌਣ ਸੀ ਵਜ੍ਹਾ? ਨੇਚਰ ਕਰਕੇ ਹੋਇਆ? ਕੁਦਰਤੀ ਸੀ? ਨਹੀਂ, ਇਹ ਕੀ ਸੀ? ਮੈਨ ਮੇਡ ਸੀ। ਮੈਨ ਮੇਡ ਕਿਵੇਂ ਸੀ? ਦੇਖੋ ਜੀ, ਸਿੱਧੀ ਜੀ ਗੱਲ ਹੈ। ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਕਿਸਾਨ ਕੀ ਕਰਦੇ ਸੀ, ਪਹਿਲਾਂ ਕਿਸਾਨ ਜਿਹੜੇ ਸੀਗੇ, ਜੇ ਗੱਲ ਕਰੀਏ ਬੰਗਾਲ ਦੀ, ਤਾਂ ਆਪਣੇ ਖਾਣ ਵਾਸਤੇ ਚੀਜ਼ਾਂ ਲਾਣਗੇ। ਕਿਸਾਨ ਸਭ ਤੋਂ ਪਹਿਲਾਂ ਕੀ ਚੀਜ਼ ਕਰੇਗਾ? ਆਪਣੇ ਖਾਣ ਲਈ ਹੀ ਲਗਾਏਗਾ ਨਾ। ਜੇ ਗੱਲ ਕਰੀਏ ਬੰਗਾਲ ਦੀ, ਤਾਂ ਉੱਥੇ ਕੀ ਲਗਾਉਂਦੇ ਹੋਣਗੇ? ਜੀਰੀ ਦੀ ਖੇਤੀ ਹੁੰਦੀ ਹੋਏਗੀ, ਚੌਲ ਲਗਾਉਂਦੇ ਹੋਣਗੇ। ਠੀਕ ਹੈ ਜੀ। ਹੁਣ ਜਦੋਂ ਬੰਗਾਲ ਵਾਲਾ ਏਰੀਆ, ਬਿਹਾਰ ਵਾਲਾ ਏਰੀਆ, ਉੜੀਸਾ ਵਾਲਾ ਏਰੀਆ ਕਿਹਨਾਂ ਦੇ ਅੰਡਰ ਆ ਗਿਆ? ਅੰਗਰੇਜ਼ਾਂ ਕੋਲ ਆ ਗਿਆ। ਹੁਣ ਅੰਗਰੇਜ਼ ਆਪਣੇ ਆਪ ਨੂੰ ਕੀ ਮੰਨੀ ਬੈਠੇ ਨੇ? ਉਹ ਤਾਂ ਕਹਿੰਦੇ ਕਿ ਅਸੀਂ ਤਾਂ ਇੱਥੇ ਦੇ ਕੀਆਂ ਰਾਜੇ ਹਾਂ, ਸਾਡੀ ਮਰਜ਼ੀ ਦੇ ਹਿਸਾਬ ਹੀ ਉੱਥੇ ਕੀ ਚੱਲੇਗਾ? ਐਗਰੀਕਲਚਰ ਹੋਏਗਾ, ਖੇਤੀ ਜਿਹੜੀ ਆ ਸਾਡੇ ਮੁਤਾਬਿਕ ਕਰੋ। ਫਿਰ ਉਹਨਾਂ ਨੂੰ ਦੇਖਣਗੇ ਕਿ ਸਾਨੂੰ ਚਾਹੀਦਾ ਕੀ ਹੈ, ਤਾਂ ਅੰਗਰੇਜ਼ਾਂ ਨੂੰ ਪਤਾ ਲੱਗੇਗਾ ਕਿ ਯੂਰਪ ਦੇ ਵਿੱਚ ਡਾਈ ਚਾਹੀਦੀ ਹੈ, ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਚੱਲ ਰਹੀ ਹੈ, ਕੱਪੜੇ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ, ਵੱਡੀਆਂ ਵੱਡੀਆਂ ਇੰਡਸਟਰੀਆਂ ਲੱਗੀਆਂ, ਉੱਥੇ ਕੱਪੜਾ ਬਣ ਰਿਹਾ, ਉੱਥੇ ਰੈਡੀਮੇਡ। ਤਾਂ ਉਹਦੇ ਵਾਸਤੇ ਉਹਨਾਂ ਨੂੰ ਕੀ ਚਾਹੀਦਾ? ਉਹਨਾਂ ਨੂੰ ਚਾਹੀਦੀ ਹੈ ਡਾਈ। ਤਾਂ ਜਦੋਂ ਡਾਈ ਚਾਹੀਦੀ ਹੈ ਤਾਂ ਦੇਖਣਗੇ ਕਿ ਡਾਈ ਕਿਵੇਂ ਕਰੀਏ ਜੀ। ਤਾਂ ਨੇਚਰਲ ਜੇ ਗੱਲ ਕਰੀਏ ਤਾਂ ਤੁਹਾਨੂੰ ਕੀ ਖੇਤੀ ਕਰਨੀ ਪੈਣੀ ਹੈ? ਇੰਡੀਗੋ ਦੀ ਖੇਤੀ ਕਰਨੀ ਪੈਣੀ ਹੈ, ਨੀਲ ਦੀ ਖੇਤੀ ਕਰਨੀ ਪੈਣੀ ਹੈ। ਤਾਂ ਇਹ ਕੀ ਕਰਨਗੇ? ਬੰਗਾਲ ਦੇ ਵਿੱਚ ਜਿਨ੍ਹਾਂ ਦੇ ਆਪਣੇ ਆਪ ਨੂੰ ਮਾਲਕ ਸਮਝੀ ਬੈਠੇ ਨੇ, ਉੱਥੇ ਫੋਰਸਫੁਲੀ ਧੱਕੇ ਨਾਲ ਕਿਸਾਨਾਂ ਦੀ ਚੰਗੀ ਵਧੀਆ ਤੋਂ ਵਧੀਆ ਜ਼ਮੀਨ ਤੇ ਨੀਲ ਦੀ ਖੇਤੀ ਕਰਵਾਈ ਜਾਏਗੀ। ਹੋਰ ਕਾਹਦੀ ਖੇਤੀ ਕਰਵਾਈ ਜਾਏਗੀ? ਓਪੀਐਮ ਦੀ ਖੇਤੀ ਕਰਵਾਈ ਜਾਏਗੀ। ਠੀਕ ਹੈ ਜੀ। ਹੁਣ ਕਿਸਾਨ, ਸਪੋਜ਼ ਕਰ ਲਓ ਕਿ ਇੱਕ ਕਿਸਾਨ ਕੋਲ 2 ਕਿੱਲੇ ਨੇ। ਹੁਣ ਉਹ 2 ਕਿੱਲੇ ਦੇ ਵਿੱਚ ਕੀ ਕਰੇ? 2 ਕਿੱਲੇ ਦੇ ਵਿੱਚ ਜਾਂ ਤਾਂ ਆਪਣੇ ਵਾਸਤੇ ਘਰ ਜੋਗਾ ਲਾ ਲੇ, ਕੁਝ ਖਾਣ ਪੀਣ ਨੂੰ। ਠੀਕ ਹੈ ਜੀ। ਪਰ ਉਹਨੂੰ ਖੇਤੀ ਜਿਹੜੀ ਹੈ, ਅੰਗਰੇਜ਼ ਜਿਹੜੇ ਨੇ ਫੋਰਸਫੁਲੀ ਕਰ ਰਹੇ ਨੇ ਨਾ, ਖਾਣ ਪੀਣ ਨੂੰ ਕੁਝ ਨਹੀਂ ਲਾਣਾ, ਤੁਸੀਂ ਉਹ ਚੀਜ਼ ਲਾਓਗੇ ਜਿਹੜੀ ਸਾਨੂੰ ਚਾਹੀਦੀ ਹੈ, ਜਿਹੜੀ ਤੁਸੀਂ ਜਲਦੀ ਵੇਚ ਸਕੋ। ਠੀਕ ਹੈ ਜੀ। ਤੇ ਇਹਨੂੰ ਆਪਾਂ ਕੀ ਕਵਾਂਗੇ? ਕੈਸ਼ ਕ੍ਰੌਪਸ ਲਗਾਈਆਂ ਜਾਣਗੀਆਂ, ਜਿਹਨੂੰ ਅਸੀਂ ਜਲਦੀ ਤੋਂ ਜਲਦੀ ਅੰਗਰੇਜ਼ ਬਾਹਰ ਐਕਸਪੋਰਟ ਕਰ ਸਕਣ। ਕੀ ਇਸ ਦੇ ਨਾਲ ਕਿਸਾਨਾਂ ਦਾ ਫਾਇਦਾ ਹੋਏਗਾ? ਕੁਝ ਹੱਦ ਤੱਕ ਤਾਂ ਕਿਸਾਨਾਂ ਦਾ ਫਾਇਦਾ ਹੋਏਗਾ। ਕਿਸਾਨਾਂ ਨੂੰ ਵੀ ਤਾਂ ਬਹੁਤ ਜਲਦੀ ਆਪਾਂ ਗੱਲ ਕਰਾਂਗੇ ਤਾਂ ਪੈਸੇ ਮਿਲ ਜਾਣਗੇ ਕੈਸ਼ ਕ੍ਰੌਪਸ ਦੇ। ਪਰ ਇਹਦੇ ਨਾਲ ਹੋਏਗਾ ਕੀ ਹੋਰ? ਇਹਦੇ ਨਾਲ ਕਿਤੇ ਨਾ ਕਿਤੇ ਫੂਡ ਦੀ ਸ਼ਾਰਟੇਜ ਵੀ ਤਾਂ ਹੋਏਗੀ। ਜਿਹੜੀ ਆਪਾਂ ਅਨਾਜ ਖਾਵਾਂਗੇ ਉਹਦੀ ਵੀ ਤਾਂ ਸ਼ਾਰਟੇਜ ਹੋਣੀ ਹੀ ਹੈ। ਤਾਂ ਐਂਡ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਅੰਗਰੇਜ਼ਾਂ ਨੇ ਕਮਰਸ਼ੀਅਲਾਈਜੇਸ਼ਨ ਕਰਤੀ ਕ੍ਰੌਪਸ ਦੀ। ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸੀ, ਸ਼ੁਰੂ 'ਚ ਹੋਏਗਾ ਬਿਲਕੁਲ, ਪਰ ਉਹਦੇ ਨਾਲ ਕਿਤੇ ਨਾ ਕਿਤੇ ਫੂਡ ਦੀ ਸ਼ਾਰਟੇਜ ਵੀ ਤਾਂ ਹੋਗੀ ਇੰਡੀਆ 'ਚ। ਇਹਦੀ ਫੂਡ ਦੀ ਸ਼ਾਰਟੇਜ ਕਿਉਂ ਹੋਏਗੀ? ਦੇਖੋ, ਸਭ ਤੋਂ ਵਧੀਆ ਜਿਹੜੀ ਆਪਾਂ ਕਵਾਂਗੇ ਕਿ ਲੈਂਡ ਹੈ, ਉਹਦੇ ਉੱਪਰ ਕੀ ਲਗਾ ਦਿੱਤਾ ਗਿਆ? ਨੀਲ ਲਗਾ ਦਿੱਤਾ ਗਿਆ। ਨੀਲ ਦੀ ਖੇਤੀ ਹੋ ਰਹੀ ਹੈ। ਕੌਣ ਜੇ ਜ਼ਿਮੀਂਦਾਰ ਹੈ, ਉਹ ਨੀਚੋਂ ਦੀ ਜਿੰਨਾ ਹੋ ਸਕਦਾ ਹੈ ਕਿਸਾਨਾਂ ਤੋਂ ਟੈਕਸ ਵਸੂਲ ਰਿਹਾ ਹੈ। ਕਿ ਉਹ ਕਹਿ ਰਿਹਾ ਕਿ ਕਿਸਾਨਾਂ ਨੂੰ ਕਿ ਨੀਚੇ ਤੁਸੀਂ ਐਵੇਂ ਕਰੋ ਭਾਈ, ਤੁਸੀਂ ਹੁਣ 5 ਸਾਲ ਹੋ ਗਏ, ਤੁਸੀਂ ਜਿਹੜਾ ਹੈ ਇੱਥੇ ਹੁਣ ਖੇਤੀ ਨਾ ਕਰਿਓ, ਇਹ ਜਿਹੜਾ ਲੈਂਡ ਹੈ ਫਰਟਾਈਲ ਹੀ ਰਿਹਾ। ਕੋਈ ਨਹੀਂ ਸੋਚ ਰਿਹਾ, ਹਰ ਕੋਈ ਇਹ ਸੋਚ ਰਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਇੱਥੇ ਕੀ ਹੋਵੇ, ਲੈਂਡ ਜਿਹੜਾ ਹੈ ਇਹਦੇ ਵਿੱਚੋਂ ਪ੍ਰੋਡਕਸ਼ਨ ਹੋਵੇ। ਤਾਂ ਉਹਦੇ ਨਾਲ ਹੋਏਗਾ ਕਿ ਆਪਾਂ ਦੇਖਦੇ ਹਾਂ ਕਿ ਜਿਹੜਾ ਲੈਂਡ ਹੈ ਉਹ ਇਨਫਰਟਾਈਲ ਹੋ ਗਿਆ, ਬੰਜਰ ਹੋ ਗਈਆਂ ਜ਼ਮੀਨਾਂ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਕੈਪੈਸਿਟੀ ਸੀ ਘਟ ਗਈ। ਜਦੋਂ ਘਟ ਗਈ, ਉੱਪਰੋਂ ਦੀ ਤੁਸੀਂ ਕੈਸ਼ ਕ੍ਰੌਪ ਵਾਲਾ ਕਨਸੈਪਟ ਲਿਆਏ। ਕੈਸ਼ ਕ੍ਰੌਪ ਵਾਲਾ ਕਨਸੈਪਟ ਲਿਆਏ ਤੇ ਬਸ ਚਾਹੀਦਾ ਕੀ ਸੀ? ਇੱਕ ਕ੍ਰੌਪ ਫੇਲੀਅਰ ਚਾਹੀਦਾ ਸੀ, ਇੱਕ ਸੀਜ਼ਨ ਚਾਹੀਦਾ ਸੀ ਜਿਸ ਸਾਲ ਵਧੀਆ ਕ੍ਰੌਪ ਨਾ ਹੋਈ ਹੋਵੇ। ਇੱਕ ਸਾਲ ਜਿੱਦਣ ਕ੍ਰੌਪ ਵਧੀਆ ਨਹੀਂ ਹੋਈ, ਉਸੇ ਸਾਲ ਅਗਲੇ ਸਾਲ ਆਪਾਂ ਦੇਖਣ ਨੂੰ ਕੀ ਮਿਲਦਾ ਹੈ ਕਿ ਬਹੁਤ ਜ਼ਿਆਦਾ ਭੁੱਖਮਰੀ ਦੇਖਣ ਨੂੰ ਮਿਲੇਗੀ, ਫੈਮਾਈਨ ਦੇਖਣ ਨੂੰ ਮਿਲੇਗਾ, ਅਕਾਲ ਦੇਖਣ ਨੂੰ ਮਿਲਣਗੇ। ਤਾਂ ਇਹ ਜਿਹੜੇ ਅਕਾਲ ਸੀਗੇ ਬੰਗਾਲ ਦੇ ਵਿੱਚ, ਕਾਫੀ ਲੋਕ ਇਹਦੇ ਨਾਲ ਮਰਨਗੇ। ਤਾਂ ਇਹ ਨੈਚੁਰਲ ਨਹੀਂ ਸੀ, ਇਹ ਕਿਤੇ ਨਾ ਕਿਤੇ ਅੰਗਰੇਜ਼ਾਂ ਦੀਆਂ ਪਾਲਿਸੀਆਂ ਸੀਗੀਆਂ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸਭ ਕੁਝ ਹੋਇਆ। ਕਲੀਅਰ? ਤਾਂ ਯਾਦ ਰੱਖਿਓ। ਤਾਂ ਇਹ ਜੇ ਆਪਾਂ ਗੱਲ ਕਰਾਂਗੇ ਕਿ ਲੈਂਡ ਰੈਵਨਿਊ ਸਿਸਟਮ ਜ਼ਿਆਦਾ ਤੋਂ ਜ਼ਿਆਦਾ ਨੀਚੋਂ ਦੀ ਨਿਚੋੜਿਆ ਜਾ ਰਿਹਾ ਨਾ ਲੋਕਾਂ ਨੂੰ, ਇਹਦੇ ਨਾਲ ਹੋਏਗਾ ਕਿ ਆਪਣਾ ਹੀ ਨੁਕਸਾਨ ਹੋ ਰਿਹਾ ਸਾਡਾ। ਠੀਕ ਹੈ ਜੀ। ਤਾਂ ਇਹ ਸਾਨੂੰ ਕਦੋਂ ਪਤਾ ਚੱਲੇਗਾ? ਸਾਨੂੰ ਨਹੀਂ ਅਜੇ ਪਤਾ ਚੱਲਣਾ। ਸਾਨੂੰ ਲੱਗ ਰਿਹਾ ਜ਼ਮੀਂਦਾਰ ਕਰ ਰਿਹਾ, ਜ਼ਮੀਂਦਾਰ ਨੂੰ ਲੱਗ ਰਿਹਾ ਕਿ ਪਤਾ ਨਹੀਂ ਕੀ ਹੋ ਰਿਹਾ। ਇਹ ਤਾਂ ਅੱਗੇ ਜਾ ਕੇ ਕੁਝ ਲੋਕ, ਜਦੋਂ ਆਪਾਂ ਗੱਲ ਕਰਾਂਗੇ ਕਿ ਐਜੂਕੇਸ਼ਨ ਮਿਲੇਗੀ ਕੁਝ ਲੋਕਾਂ ਨੂੰ, ਉਹ ਜਦੋਂ ਸਟੱਡੀ ਕਰਨਗੇ ਨਾ, ਫਿਰ ਉਹ ਦੱਸਣਗੇ ਕਿ ਤੁਹਾਡੇ ਨਾਲ ਭਲੇ ਮਾਨਸੋ ਹੋ ਕੀ ਰਿਹਾ। ਤਾਂ ਉਦੋਂ ਆਪਾਂ ਦੇਖਾਂਗੇ ਕਿ ਜਿਵੇਂ ਦਾਦਾ ਭਾਈ ਨਰੋਜੀ, ਠੀਕ ਹੈ ਜੀ, ਆਰ.ਸੀ. ਦੱਤ, ਉਹ ਲੋਕ ਦੱਸਣਗੇ ਕਿ ਇੰਡੀਆ ਨੂੰ ਕਿਵੇਂ ਨਿਚੋੜਿਆ ਜਾ ਰਿਹਾ ਹੈ, ਕਿਵੇਂ ਇੰਡੀਆ ਨੂੰ ਲੁੱਟਿਆ ਜਾ ਰਿਹਾ ਹੈ। ਚਲੋ ਜੀ, ਜੇ ਆਪਾਂ ਗੱਲ ਕਰਦੇ ਹਾਂ ਅੱਗੇ, ਦੇਖਦੇ ਹਾਂ ਜੀ ਆਪਾਂ ਅੱਗੇ ਕਿ ਇੰਡੀਆ ਦੇ ਵਿੱਚ ਹੁਣ ਬ੍ਰਿਟਿਸ਼ਰ ਨੇ ਕੀ ਕਰ ਲਿਆ? ਆਪਣਾ ਰਾਜ ਕਰ ਲਿਆ। ਬੰਗਾਲ ਤੋਂ ਸ਼ੁਰੂ ਹੋਇਆ, ਪੰਜਾਬ ਤੇ ਆ ਕੇ ਅੰਤ ਹੋ ਗਿਆ ਇਹਨਾਂ ਦਾ, ਤੇ ਸਾਰਾ ਇੰਡੀਆ ਜਿਹੜਾ ਹੈਗਾ ਬ੍ਰਿਟਿਸ਼ਰ ਦੇ ਅੰਡਰ ਆ ਗਿਆ। ਹੁਣ ਐਡਾ ਵੱਡਾ ਰਾਜ ਚਲਾਉਣ ਲਈ ਚਾਹੀਦਾ ਕੀ ਆ ਤੁਹਾਨੂੰ? ਬ੍ਰਿਟਿਸ਼ਰ ਇੱਕ ਦਿਨ ਲਈ ਤਾਂ ਆਏ ਨਹੀਂ, ਲੰਬਾ ਸਮਾਂ ਇੱਥੇ ਰਾਜ ਕਰਨਗੇ। ਤਾਂ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ? ਇੱਕ ਪੂਰਾ ਦਾ ਪੂਰਾ ਸਿਸਟਮ ਬਿਠਾਉਣਾ ਪੈਣਾ ਹੈ, ਜੋ ਸਿਸਟਮ ਜਿਹੜਾ ਹੈ ਤੁਹਾਨੂੰ ਸਪੋਰਟ ਕਰੇਗਾ ਕਿ ਤਾਂ ਹੀ ਇੰਡੀਆ ਨੂੰ ਜ਼ਿਆਦਾ ਤੋਂ ਜ਼ਿਆਦਾ ਲੁੱਟ ਸਕਦੇ ਹੋ। ਤਾਂ ਆਪਾਂ ਦੇਖਾਂਗੇ ਕਿ ਅੰਗਰੇਜ਼ ਜਿਹੜੇ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੀ ਚਾਹੀਦੇ ਨੇ? ਸਿਵਲ ਸਰਵੈਂਟਸ ਚਾਹੀਦੇ ਨੇ। ਕਿਉਂ ਚਾਹੀਦੇ ਨੇ ਸਿਵਲ ਸਰਵੈਂਟਸ? ਤਾਂ ਕਿ ਇੱਕ ਐਵੇਂ ਦਾ ਸਿਸਟਮ ਬਹਿ ਜਾਏ ਜਿਹੜਾ ਕੀ ਕਰੇ, ਸਾਰੀ ਐਡਮਿਨਿਸਟ੍ਰੇਸ਼ਨ ਧਿਆਨ ਰੱਖੇ। ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਕੀ ਚਾਹੀਦਾ ਹੈ? ਇੱਕ ਜੁਡੀਸ਼ਰੀ ਸਿਸਟਮ ਚਾਹੀਦਾ ਹੈ। ਕਿਉਂ ਚਾਹੀਦਾ ਹੈ?
जो अंग्रेज सही कर रहे हैं गलत कर रहे हैं उन्होंने अखा बंद करके सही कहना ही की होएगा जुडिशरी सिस्टम। कि ये जुडिशरी सिस्टम दे विच जजां दे विच अंग्रेज जिहड़े ने इंडियंस नूं बिठाना शुरू करनगे। शुरू दे विच अंग्रेज कहणगे कि आ जाओ भारतीयो तुसीं की करो जज बन जाओ, तो इंडियंस नूं दिखेगा नहीं कि आ गोरे की कर रहे हैं। तो आपां यही चीज़ देखांगे कि साडे नाल इत्थे भी क्या कीता जाएगा। इंडियंस नूं तां अलाउ ही नहीं किया जाएगा कि तुसीं अंग्रेज की कर रहे हैं, कोई अंग्रेज चंगा काम कर रहा है माड़ा काम कर रहा है तुसीं नहीं कर सकते कुछ। सिर्फ ਜਿਹੜੇ ਆਪਾਂ ਗੱਲ ਕਰਾਂਗੇ ਇੰਗਲਿਸ਼ ਜੱਜ ਹੋਣਗੇ ਬ੍ਰਿਟਿਸ਼ ਜੱਜ ਹੋਣਗੇ ਉਹੀ ਜਿਹੜੇ ਨੇ ਬ੍ਰਿਟਿਸ਼ਰਸ ਨੂੰ ਸਜ਼ਾ ਦੇ ਸਕਦੇ ਨੇ, ਇੰਡੀਅਨਸ ਕੋਲ ਤਾਂ ਪਾਵਰ ਵੀ ਨਹੀਂ ਹੋਏਗੀ। ਉਸ ਤੋਂ ਬਾਅਦ ਜੇ ਲਾਅ ਐਂਡ ਆਰਡਰ ਦਾ ਕੋਈ ਮਸਲਾ ਹੋ ਗਿਆ, ਐਡਾ ਵੱਡਾ ਦੇਸ਼ ਹੈ ਤੁਸੀਂ ਇੰਨਾ ਲੁੱਟ ਰਹੇ ਹੋ, ਲੋਕ ਕੀ ਕਰ ਸਕਦੇ ਨੇ ਰਿਵੋਲਟ ਕਰ ਸਕਦੇ ਨੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਕੀ ਚਾਹੀਦੀ ਹੈ ਇੱਕ ਪੁਲਿਸ ਸਿਸਟਮ ਵੀ ਤਾਂ ਚਾਹੀਦਾ ਹੈ। ਤਾਂ ਇਹ ਤਿੰਨੋਂ ਦੇ ਤਿੰਨੋਂ ਆਪਾਂ ਕੀ ਕਹਿੰਦੇ ਇਹ ਕੀ ਸੀਗੇ ਬ੍ਰਿਟਿਸ਼ ਰਾਜ ਦੇ ਇਹ ਤਿੰਨ ਪਿਲਰ ਸੀ। ਇਹਨਾਂ ਤਿੰਨਾਂ ਪਿਲਰਾਂ ਦੇ ਹੀ ਬਲਬੂਤੇ ਆਪਾਂ ਗੱਲ ਕਰਾਂਗੇ ਉਹ ਇੰਨਾ ਲੰਬਾ ਕੀ ਕਰਨਗੇ ਲੰਬਾ ਸਮਾਂ ਆਪਣੇ ਤੇ ਰਾਜ ਕਰਨਗੇ। तो इन्हां तिन्नां दी ही आपां की पढ़नी है एवोल्यूशन पढ़नी है। इत्थों ही थोड़े क्वेश्चन जिहड़े ने पेपर वास्ते देखे जा सकते हैं। क्लीयर शुरू करते हैं जी। सब तो पहला एवोल्यूशन ऑफ पुलिस सिस्टम। पुलिस सिस्टम जिहड़ा है किवें आया कि पुलिस का पहला कंसैप्ट साडे कोल नहीं सी। जे गल करिए मुगल्स के टाइम तो ही साडे कोल जिहड़ा सीगा पुलिस का कंसैप्ट नहीं सी। ठीक है जी, ये जिहड़ा पुलिस सिस्टम का कंसैप्ट है अंग्रेज लैके आएंगे। हुण पुलिस सिस्टम होएगा की देखो जदों अंग्रेजां दे कोल की आ गया ड्यूअल फॉर्म ऑफ गवर्नमेंट आ गई। कित्थे आ गई बंगाल च आ गई। ठीक है जी, उत्थे जे गल करांगे जिहड़ा पुलिस वाला कंसैप्ट सीगा कि लॉ एंड ऑर्डर का ध्यान रखना है, तो यह सारा ध्यान कौन रखते सी जमींदार ही रखते सी। एक जमींदार के नीचे जिन्ने भी पिंड है उन्हां दे विच कोई भी आपां गल करांगे कि चोरी चकारी हो रही है तो यह सारा दा ध्यान रखता कौन सी वो जमींदार ही रखता सी। जिन्ना भी लॉ एंड ऑर्डर है उसका सारा दा ध्यान जमींदार ही रखता सी। पर शुरू कित्थों होएगा लॉर्ड कॉर्नवालिस तो। कॉर्नवालिस जिहड़े हैगे ने याद रखियो इंडिया दे विच पुलिस सिस्टम जिहड़ा सी किन्हां ने ऑर्गेनाइज किया नाम याद रख लियो लॉर्ड कॉर्नवालिस। एज इट इज ही पेपर दे विच क्वेश्चन तुहानूं पै जाएगा। ठीक है जी, पुलिस सिस्टम है नाम याद रखना है लॉर्ड कॉर्नवालिस। होर किते कॉर्नवालिस आपां पढ़िया परमानेंट सैटलमेंट दे विच भी पढ़ के आए आपां। क्लीयर है जी। चलो जी नैक्सट आपां गल करदे हां कॉर्नवालिस ने की किया जी। देखो पुलिस सिस्टम लैके आए और कहंदे कि आपां हर एक की बना देने हुण थाणे बना लिया। मतलब कि जे एक वड्डी स्टेट है तो इनू छोटे छोटे दे की विच वंड दिंदे आ थाणे दे विच वंड दिंदे आ। ठीक है जी, ये जिहड़े थाणे होणगे सपोज कर लो 10 थाणे ने उन्हां दे उपर एक हैड बना देंगे जिन्हों आपां की कहांगे जिन्हों आपां कहांगे SP कह देंगे। ठीक है जी, हुण मतलब कि इत्थे तुहाडा पुलिस सिस्टम जिहड़ा हैगा वो आना शुरू हो गया। इनू स्लोली की किया जाएगा इवॉल्व किया जाएगा। ठीक है जी, पर जे अगे गल करेंगे विलियम बेंटिक दी तो विलियम बेंटिक ने की किया जिहड़ा SP वाली पोस्ट सीगी इनू की करता अबॉलिश करता। ठीक है जी, SP की जगह इन्होंने किन्ने नूं बिठाता इन्होंने बिठाता जी कमिश्नर नूं। ठीक है जी, हुण कहंदे कमिश्नर दा ही काम होएगा, ये कमिश्नर दा ही काम होएगा। हुण कमिश्नर दे दो काम करते इन्होंने, एक कमिश्नर दा काम करता भी तुसीं लॉ एंड ऑर्डर भी तुसीं देखना है, दूजा कमिश्नर दा काम करता कि जुरिसडिक्शन भी तुसीं देखनी है। यही कमिश्नर जिहड़ा है की देखेगा आगे जाके रेवेन्यू भी देख रहा है। तो मतलब कि एक ही बंदे कोल ज़्यादा पावर होगी, वही पुलिस बनया वही जज बन गया। मैं ही पुलिस मैं ही जज, तो मैं ही एक बंदे नूं फड़ लिया तो मैं एक बंदे नूं कहता आ लो जी मैं ही फड़िया तो मैं ही इहनूं सज़ा दे देना। तो इत्थे की हो रहा है किते ना किते तुसीं देखोगे कन्फ्लिक्ट हो रहा है। ये चीज़ होनी नहीं चाहिए। पुलिस अलग है जज अलग है। जज जिहड़ा इंडिपेंडेंट होना चाहिए, पुलिस इंडिपेंडेंट होनी चाहिए। पर इत्थे जिहड़ा सी विलियम बेंटिक के टाइम की किया गया एक ही बंदे कोल दोनों चीज़ां हो गई। ठीक है जी, जे अगे गल करांगे आपां नैक्सट एवोल्यूशन ऑफ सिविल सर्विसिज। जे सिविल सर्वेंट्स की जरूरत क्यों सी, क्योंकि एडा वड्डा देश है उहदी एडमिनिस्ट्रेशन भी तो करनी है। उहदी एडमिनिस्ट्रेशन लई की चाहिए ने तुहानूं एक सिविल सर्वेंट चाहिए ने, की चाहिए ने एक कमिश्नर चाहिए ने या होर नीचे रैंक दे तुहानूं अफसर चाहिए ने जिहड़ी सारी दी सारी एडमिनिस्ट्रेशन देखण, जिहड़े वो देखण कि नीचों रेवेन्यू आया किन्ना। ठीक है जी, जिहड़े टोटल एडमिनिस्ट्रेशन जुरिसडिक्शन देखण सारा लॉ एंड ऑर्डर देखण। तो आप देखेंगे कि जो गल करिए सिविल सर्वेंट्स की तो यदि इवॉल्व क्यों हुए, तो देखो जी स्टार्टिंग चो ही आफ्टर 1757 जे गल करिए 1757 किहड़ा बैटल जित्या गया सीगा, तो आपां नूं याद है प्लासी। प्लासी जितन तो बाद ही अंग्रेजों को एक चीज़ का पता लग गई सी कि असीं हुण की करिए, या तो असीं रेवेन्यू इकट्ठा कर लीए या तो असीं नीचे एडमिनिस्ट्रेशन कर लीए या फिर असीं अपना ट्रेड कर लीए। तो कहते कि ट्रेड तो असीं सारे ने करना ही है, तो की करिए एक आप ग्रुप बना देने जिहड़ा कि देखेंगे सारे कंपनी का एडमिनिस्ट्रेशन देखेंगे, जिन्हों की किया जाएगा जिन्हों किया जाएगा CCS या फिर कोऑर्डिनेटेड सिविल सर्विसिज। ठीक है जी, याद रखियो एज इट इज ही पंजाब के पेपर तुहानूं ईयर पूछ लिया जाता है। ठीक है जी, नैक्सट वेरी इंपॉर्टेंट जो क्वेश्चन रिपीटेड क्वेश्चन है बार बार पंजाब के पेपर आता है, तो वह आता है कि फादर ऑफ सिविल सर्विसिज इन इंडिया, हु वाज द फादर ऑफ सिविल सर्विसिज इन इंडिया। तो याद रखियो इसका आंसर बनता थोड़ा लॉर्ड कॉर्नवालिस। ठीक है जी, लॉर्ड कॉर्नवालिस की ने फादर ऑफ सिविल सर्विसिज इन इंडिया। हुण क्यों आप कहने तो देखो जी सब तो पहला तो जो गल करिए इन्होंने की किया सिविल सर्वेंट्स की सैलरी इंक्रीज करती, कोई इंपॉर्टेंट नहीं।
ਨੈਕਸਟ ਆਪਾਂ ਦੇਖਾਂਗੇ ਇਹਨਾਂ ਨੂੰ ਰੋਕਤਾ ਪ੍ਰਾਈਵੇਟ ਟ੍ਰੇਡ ਤੋਂ। ਹੁਣ ਪ੍ਰਾਈਵੇਟ ਟ੍ਰੇਡ ਤੋਂ ਕਿਉਂ ਰੋਕਿਆ ਜਾ ਰਿਹਾ? ਦੇਖੋ ਜੀ, ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰਾਂਗੇ, ਜੇ ਤੁਸੀਂ ਕੀ ਕਰ ਰਹੇ ਹੋ, ਇੱਕ ਸਿਵਲ ਸਰਵੈਂਟ ਵੀ ਹੋ ਤੇ ਬਾਕੀ ਤੁਸੀਂ ਟ੍ਰੇਡ ਵੀ ਕਰ ਰਹੇ ਹੋ, ਤਾਂ ਤੁਸੀਂ ਕਿਵੇਂ ਆਪਣੀ ਕੰਪਨੀ ਦੇ ਨਾਲ ਕੀ ਕਰ ਸਕਦੇ ਹੋ? ਜੇ ਗੱਲ ਕਰੀਏ ਕਿ ਕਿਵੇਂ ਜਸਟੀਫਾਈ ਕਰ ਰਹੇ ਹੋ। ਹੁਣ ਕੰਪਨੀ ਤੁਹਾਨੂੰ ਕਹਿ ਰਹੀ ਹੈ ਨੀਚੋਂ ਰੈਵਨਿਊ ਇਕੱਠਾ ਕਰੋ, ਤੁਹਾਨੂੰ ਪਤਾ ਕਿ ਰੈਵਨਿਊ ਕਿਵੇਂ ਆ ਰਿਹਾ, ਪਰ ਤੁਸੀਂ ਆਪ ਦਾ ਟ੍ਰੇਡ ਵੀ ਦੇਖਣਾ ਪਰਸਨਲ, ਤਾਂ ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ? ਕਿਤੇ ਨਾ ਕਿਤੇ ਕੀ ਨੇ, ਕਨਫਲਿਕਟ ਹੋ ਰਿਹਾ ਇੰਟਰਸਟ ਤੁਹਾਡੇ। ਤਾਂ ਉਸ ਚੀਜ਼ ਨੂੰ ਖਤਮ ਕਿਹਨਾਂ ਨੇ ਕੀਤਾ? ਲਾਰਡ ਕਾਰਨਵਾਲਿਸ ਨੇ ਕੀਤਾ। ਉਸ ਤੋਂ ਬਾਅਦ ਹੁਣ ਇੱਥੇ ਆਪਾਂ ਦੇਖਾਂਗੇ ਕਿ ਲਾਰਡ ਵੈਲੇਸਲੀ, ਪਰ ਇੱਥੇ ਇੰਪੋਰਟੈਂਟ ਆਪਣੇ ਲਈ ਕੀ ਆਏਗਾ? ਸਭ ਤੋਂ ਪਹਿਲਾ ਲੈਕਚਰ ਆਪਾਂ ਪੜਿਆ ਸੀਗਾ ਫੋਰਟ ਵਿਲੀਅਮ, ਯਾਦ ਆਇਆ ਜੀ? ਫੋਰਟ ਵਿਲੀਅਮ ਬਣਾਇਆ ਜਾਏਗਾ, ਕਿੱਥੇ ਬਣਾਇਆ ਜਾਏਗਾ? ਬੰਗਾਲ ਚ ਆਪਾਂ ਗੱਲ ਕੀਤੀ ਸੀ ਉਦੋਂ। ਤਾਂ ਯਾਦ ਰੱਖਿਓ ਕਿ 1800 ਦੇ ਵਿੱਚ ਲਾਰਡ ਵੈਲੇਸਲੀ ਕੀ ਕਰਨਗੇ? ਫੋਰਟ ਵਿਲੀਅਮ ਕਾਲਜ ਬਣਾਉਣਗੇ ਕਲਕੱਤਾ ਚ। ਉੱਥੇ ਕੀ ਕੀਤਾ ਜਾਏਗਾ? ਬ੍ਰਿਟਿਸ਼ ਆਫੀਸ਼ੀਅਲਸ ਨੂੰ ਟ੍ਰੇਨ ਕੀਤਾ ਜਾਏਗਾ। ਕਾਹਦੇ ਲਈ ਟ੍ਰੇਨ ਕੀਤਾ ਜਾਏਗਾ? ਤੁਸੀਂ ਸੋਚ ਸਕਦੇ ਹੋ ਕਿ ਜਿਵੇਂ ਸਿਵਲ ਸਰਵਿਸਿਜ਼ ਦੀ, ਸਿਵਲ ਸਰਵੈਂਟਸ ਦੀ ਟ੍ਰੇਨਿੰਗ ਹੁੰਦੀ ਹੈ, ਉੱਥੇ ਉਹਨਾਂ ਨੂੰ ਇੰਡੀਅਨ ਲੈਂਗੁਏਜਸ ਦੇ ਵਿੱਚ ਟ੍ਰੇਨ ਕੀਤਾ ਜਾਏਗਾ। ਠੀਕ ਹੈ ਜੀ, ਇੰਡੀਅਨ ਲੈਂਗੁਏਜਸ ਦੇ ਵਿੱਚ ਟ੍ਰੇਨ ਕੀਤਾ ਜਾਏਗਾ, ਕਿਉਂਕਿ ਉੱਥੋਂ ਹੀ ਉਹਨਾਂ ਨੇ ਫਿਰ ਅੱਗੇ ਅਲੱਗ-ਅਲੱਗ ਕੀ ਕਹਿ ਸਕਦੇ ਕਿ ਇੰਡੀਆ ਦੇ ਹਿੱਸੇ 'ਚ ਜਾਣਾ ਹੈ। ਉਹਨਾਂ ਨੂੰ ਜੇ ਵਰਡ ਹੀ ਨਹੀਂ ਪਤਾ ਹੋਣਗੇ ਕਿ ਇੰਡੀਆ 'ਚ ਕਹਿੰਦੇ ਕੀ ਨੇ ਇਸ ਚੀਜ਼ ਨੂੰ, ਤਾਂ ਉਹ ਸਮਝ ਹੀ ਨਹੀਂ ਸਕਦੇ ਕਿ ਐਡਮਿਨਿਸਟ੍ਰੇਸ਼ਨ ਹੋ ਕਿਵੇਂ ਰਹੀ ਹੈ। ਕਲੀਅਰ? ਉਸ ਤੋਂ ਬਾਅਦ ਦੇਖੋ ਜੀ, ਨੈਕਸਟ ਇੰਪੋਰਟੈਂਟ ਚੀਜ਼ ਤਾਂ ਆਪਾਂ ਦੇਖਾਂਗੇ ਇੱਥੇ 1806। ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਿਵਲ ਸਰਵਿਸਿਜ਼, ਜੇ ਪੰਜਾਬ ਦੀ ਗੱਲ ਕਰੀਏ ਤਾਂ PCS ਦਾ ਪੇਪਰ ਆਉਂਦਾ ਹੈ, ਜੇ ਸੈਂਟਰ ਦੀ ਗੱਲ ਕਰੀਏ ਤਾਂ UPSC ਪੇਪਰ ਲੈਂਦੀ ਹੈ IAS ਦਾ। ਠੀਕ ਹੈ ਜੀ, ਹੁਣ ਇਹ ਪੇਪਰ ਨੇ, ਇਹ ਪੇਪਰ ਲੈਣ ਦਾ ਕਨਸੈਪਟ ਕਿੱਥੋਂ ਸ਼ੁਰੂ ਹੋਇਆ? ਸ਼ੁਰੂ ਤੋਂ ਹੀ ਕੀ ਅੰਗਰੇਜ਼ ਜਿਹੜੇ ਨੇ ਪੇਪਰ ਲੈਂਦੇ ਸੀ? ਨਹੀਂ, ਸ਼ੁਰੂ ਤੋਂ ਹੀ ਪੇਪਰ ਨਹੀਂ ਸੀ ਲੈਂਦੇ। ਠੀਕ ਹੈ ਜੀ, ਇੱਥੇ ਕੀ ਕੀਤਾ ਗਿਆ? ਇੱਥੇ ਜਿਹੜਾ ਤੁਹਾਡਾ ਕਾਲਜ ਬਣਾਇਆ ਗਿਆ ਨਾ, ਫੋਰਟ ਵਿਲੀਅਮ ਕਾਲਜ, ਸਟਾਰਟਿੰਗ 'ਚ 1806 ਚ ਤਾਂ ਪਹਿਲਾਂ ਹੀ ਸਾਰੇ ਐਵੇਂ ਆਪਾਂ ਕਹਿ ਸਕਦੇ ਕਿ ਨੋਮੀਨੇਟ ਹੋ ਜਾਂਦੇ ਸੀ। ਹੁਣ ਇੱਥੇ ਕੀ ਕੀਤਾ ਗਿਆ? ਇੱਕ ਐਗਜ਼ਾਮੀਨੇਸ਼ਨ ਸ਼ੁਰੂ ਕਰਤੀ। ਕਹਿੰਦੇ ਇਸ ਕਾਲਜ 'ਚ ਜਿਹਨੇ ਆਣਾ ਉਹ ਕੀ ਦੇਗਾ? ਪ੍ਰੀਲਿਮਿਨਰੀ ਐਗਜ਼ਾਮ ਦੇਗਾ। ਜਿਵੇਂ ਆਪਾਂ ਪੰਜਾਬ PCS ਦਾ ਪੇਪਰ ਦਿੰਦੇ ਹਾਂ, UPSC 'ਚ IAS ਦਾ ਪੇਪਰ ਦਿੰਦੇ ਹਾਂ, ਉਹਦੇ 'ਚ ਆਪਾਂ ਪਹਿਲਾਂ ਇੱਕ ਪ੍ਰੀਲਿਮਿਨਰੀ ਐਗਜ਼ਾਮ ਦਿੰਦੇ ਹਾਂ, ਫਿਰ ਆਪਾਂ ਮੇਨਸ ਦਿੰਦੇ ਹਾਂ, ਫਿਰ ਇੰਟਰਵਿਊ ਦਿੰਦੇ ਹਾਂ। ਪਰ ਇੱਥੇ ਜੇ ਗੱਲ ਕਰੋ, ਪੰਜਾਬ PCS ਦੇਣਾ ਹੈ, IAS ਦਾ ਪੇਪਰ ਦੇਣਾ ਹੈ, ਤੁਸੀਂ ਸਾਰੇ ਦੇ ਸਕਦੇ ਹੋ। ਇਹ ਤਾਂ ਨਹੀਂ ਕਿ ਸਰਕਾਰ ਕੁਝ ਬੰਦੇ ਨੂੰ ਨੋਮੀਨੇਟ ਕਰਦੀ ਹੈ। ਮੋਦੀ ਜੀ ਕਹਿਣਗੇ ਕਿ ਆਹ 10 ਬੰਦੇ ਨੇ, ਇਹੀ ਪੇਪਰ ਦੇਣਗੇ, ਇਹਨਾਂ ਦੇ ਵਿੱਚੋਂ ਹੀ ਤੁਸੀਂ 2 ਬੰਦੇ ਚੂਜ਼ ਕਰਨੇ ਨੇ। ਨਹੀਂ ਨਾ, ਸਾਰਿਆਂ ਲਈ ਓਪਨ ਹੈ। ਤਾਂ ਸੇਮ ਚੀਜ਼ ਆਪਾਂ ਦੇਖਦੇ ਹਾਂ 1806 ਦੇ ਵਿੱਚ ਕੀ ਸੀਗਾ? ਇਹ ਕਾਲਜ ਜਿਹੜਾ ਸੀਗਾ ਬਣਿਆ ਤੁਹਾਡਾ ਫੋਰਟ ਵਿਲੀਅਮ ਕਾਲਜ। ਇਹਦੇ ਵਿੱਚ ਐਡਮਿਸ਼ਨ ਲਈ ਪ੍ਰੀਲਿਮਿਨਰੀ ਐਗਜ਼ਾਮ ਸ਼ੁਰੂ ਕੀਤੇ, ਪਰ ਮੈਂਬਰ ਕਿਹੜੇ ਸੀਗੇ ਜਾਣਗੇ ਇਹਦੇ 'ਚ? ਸਿਰਫ ਨੋਮੀਨੇਟਡ। ਜਿਹੜਾ ਗਵਰਨਰ ਕਹਿ ਦੇਗਾ ਕਿ ਆਹ ਬੰਦਿਆਂ ਨੂੰ ਹੀ ਰੱਖਣਾ ਹੈ, ਤੇ ਆਹ ਜਿਹੜੇ ਨੇ ਇਹਨਾਂ ਦੇ ਵਿੱਚੋਂ ਹੀ ਤੁਸੀਂ ਚੂਜ਼ ਕਰ ਲਓ। ਉਹ ਚਾਹੇ ਆਪਣੇ ਭਰਾ ਹੋਣ ਉਹਦੇ, ਚਾਹੇ ਉਹਦੇ ਮਾਮੇ ਦੇ ਬੇਟੇ ਹੋਣ, ਜਿੱਥੋਂ ਮਰਜ਼ੀ ਹੋਣ। ਠੀਕ ਹੈ ਜੀ, ਉਹਨੇ ਕਹਿਤਾ ਵੀ ਆਹ ਬੰਦੇ ਨੇ ਜੀ, ਇਹਨਾਂ ਦਾ ਹੀ ਪੇਪਰ ਲਓ, ਇਹਨਾਂ ਦੇ ਵਿੱਚੋਂ ਹੀ ਚੂਜ਼ ਕਰਕੇ ਤੁਸੀਂ ਸਿਵਲ ਸਰਵੈਂਟਸ ਬਣਾ ਦਿਓ। ਠੀਕ ਹੈ ਜੀ, ਪਰ ਅੱਗੇ ਗੱਲ ਕਰਾਂਗੇ ਵੈਰੀ ਇੰਪੋਰਟੈਂਟ, ਜਿੱਥੋਂ ਆਉਂਦਾ ਤੁਹਾਡਾ ਪੇਪਰ 'ਚ ਕੁਐਸਚਨ, ਚਾਰਟਰ ਐਕਟ ਆਫ 1853। 1853 ਦੇ ਚਾਰਟਰ ਐਕਟ ਨੇ ਪਹਿਲੀ ਵਾਰ ਸਿਵਲ ਸਰਵਿਸਿਜ਼ ਦਾ ਜਿਹੜਾ ਪੇਪਰ ਸੀਗਾ ਉਹਨੂੰ ਕੀ ਕਰਤਾ ਸੀ? ਓਪਨ ਕਰਤਾ ਸੀ। ਉਹਨੇ ਕੀ ਕਰਤਾ? ਇਹਨੂੰ ਕੰਪੀਟੀਟਿਵ ਐਗਜ਼ਾਮ ਬਣਾਤਾ ਸੀ। ਠੀਕ ਹੈ ਜੀ, ਇਹਦੇ ਵਿੱਚ ਹੁਣ ਕੋਈ ਨੋਮੀਨੇਸ਼ਨ ਨਹੀਂ ਸੀ। ਹੁਣ ਕੋਈ ਨੋਮੀਨੇਸ਼ਨ ਨਹੀਂ ਸੀ, ਜਿਹੜਾ ਮਰਜ਼ੀ ਆਏ ਪੇਪਰ ਦੇ ਤੇ ਸਿਵਲ ਸਰਵੈਂਟ ਬਣ ਜੇ। ਠੀਕ ਹੈ ਜੀ, ਕਦੋਂ ਹੋਇਆ? ਚਾਰਟਰ ਐਕਟ ਆਫ 1853। ਜਦੋਂ 1853 ਦਾ ਐਕਟ ਆਇਆ, ਨਾਲ ਹੀ ਇੰਡੀਅਨਸ ਜਿਹੜੇ ਸੀ, ਤੁਹਾਨੂੰ ਪਤਾ ਪੜ੍ਹਾਈ ਤਾਂ ਹੁੰਦੇ ਨੇ ਤੇਜ਼, ਅਗਲੇ 10 ਸਾਲ ਦੇ ਵਿੱਚ ਹੀ 1863 ਦੇ ਵਿੱਚ ਪਹਿਲੇ ਇੰਡੀਅਨ ਜਿਹੜੇ ICS ਸਿਲੈਕਟ ਹੋ ਗਏ ਸੀਗੇ, ਤਾਂ ਯਾਦ ਰੱਖਿਓ ਕੁਆਲੀਫਾਈ ਹੋ ਗਏ ਸੀ ਸਤਿੰਦਰ ਨਾਥ ਟੈਗੋਰ। ਵੈਰੀ ਇੰਪੋਰਟੈਂਟ ਕੁਐਸਚਨ ਪੰਜਾਬ ਦੇ ਪੇਪਰਾਂ 'ਚ ਦੇਖਿਆ ਜਾ ਚੁੱਕਿਆ ਹੈ। ਸਭ ਤੋਂ ਪਹਿਲੇ ਇੰਡੀਅਨ ਜਿਹੜੇ ICS ਬਣੇ ਸੀ ਸਤਿੰਦਰ ਨਾਥ ਟੈਗੋਰ। ਸਿਰਫ 10 ਸਾਲ ਪਹਿਲਾਂ ਹੀ 1853 ਦੇ ਵਿੱਚ ਓਪਨ ਕੀਤਾ ਗਿਆ ਸੀ। ਤੇ ਉਸ ਟਾਈਮ ਜੇ ਯਾਦ ਰੱਖੋਗੇ ਨਾ, ਪੇਪਰ ਇੰਨੇ ਸੌਖੇ ਵੀ ਨਹੀਂ ਸੀ। ਇਹ ਨਹੀਂ ਸੀਗਾ ਕਿ ਚੰਡੀਗੜ੍ਹ ਅਸੀਂ ਕੀ ਪਰ ਆਪਣਾ ਸੈਂਟਰ ਪਰ ਤੇ ਚੰਡੀਗੜ੍ਹ ਆ ਕੇ ਪੇਪਰ ਦੇ ਗਏ। ਨਹੀਂ, ਪੇਪਰ ਦੇਣ ਲਈ ਲੰਡਨ ਜਾਣਾ ਪੈਂਦਾ ਸੀ। ਉੱਪਰੋਂ ਦੀ ਇਹ ਨਹੀਂ ਕਿ ਮਾਡਰਨ ਹਿਸਟਰੀ ਪੜ੍ਹ ਲਈ, ਐਂਸ਼ੀਅੰਟ ਹਿਸਟਰੀ ਪੜ੍ਹ ਲਈ, ਪੋਲਿਟੀ ਪੜ੍ਹ ਲਈ ਇੰਡੀਆ ਦੀ, ਨਾ, ਸਾਰਾ ਸਿਲੇਬਸ ਅੰਗਰੇਜ਼ਾਂ ਦਾ। ਬ੍ਰਿਟਿਸ਼ਰਸ ਦੀ ਹਿਸਟਰੀ ਪੜ੍ਹ ਕੇ ਆਓ ਜੀ, ਬ੍ਰਿਟਿਸ਼ਰਸ ਦੀ ਸਾਰੇ ਪੜ੍ਹ ਕੇ ਆਓ ਤਾਂ ਤੁਹਾਡਾ ਹੋਏਗਾ। ਸਾਰਾ ਸਿਲੇਬਸ ਜਿਹੜਾ ਉਹਨਾਂ ਦਾ, ਆਪਣਾ ਕੁਝ ਨਹੀਂ। ਪੜ੍ਹਨਾ ਵੀ ਕਿਹਦੇ 'ਚ ਹੈ? ਇੰਗਲਿਸ਼ 'ਚ ਦੇਣਾ ਪੇਪਰ। ਇਹ ਵੀ ਨਹੀਂ ਹੈਗਾ ਹਿੰਦੀ ਪੰਜਾਬੀ ਦੇ ਵਿੱਚ ਦੇਵੋਗੇ। ਉੱਪਰ ਦੇਣਾ ਵੀ ਕਿੱਥੇ ਜਾ ਕੇ? ਲੰਡਨ ਜਾ ਕੇ ਦੇਣਾ ਹੈ, ਇੰਡੀਆ 'ਚ ਨਹੀਂ ਹੋ ਰਿਹਾ ਪੇਪਰ ਜੀ। ਠੀਕ ਹੈ ਜੀ, ਤਾਂ ਯਾਦ ਰੱਖਿਓ ਇਸ ਚੀਜ਼ ਨੂੰ ਕਿ ਸਭ ਤੋਂ ਪਹਿਲੇ ਜਿਹੜੇ ICS ਸੀਗੇ ਕੌਣ ਸੀਗੇ? ਸਤਿੰਦਰ ਨਾਥ ਟੈਗੋਰ। ਕਾਫੀ ਮੁਸ਼ਕਿਲ ਹੁੰਦਾ ਸੀ ਉਦੋਂ ਪੇਪਰ ਜਿਹੜਾ ਹੈ ਕਲੀਅਰ ਕਰਨਾ ਹੈ ਕਿਸੇ ਇੰਡੀਅਨ ਵਾਸਤੇ। ਅੰਗਰੇਜ਼ਾਂ ਲਈ ਤਾਂ ਸੌਖਾ ਹੀ ਸੀਗਾ। ਠੀਕ ਹੈ ਜੀ, ਚਲੋ ਜੀ ਨੈਕਸਟ। ਹੋਰ ਇਸ ਤੋਂ ਕੁਐਸਚਨ ਕਿਵੇਂ ਦੇ ਪੁੱਛੇ ਜਾ ਸਕਦੇ ਨੇ ਆਪਾਂ ਨੂੰ ਸਿਵਲ ਸਰਵਿਸਿਜ਼ ਲਈ? ਤਾਂ ਨਾ ਇੱਥੇ ਆਪਾਂ ਗੱਲ ਕਰਨਾ ਚਾਹਾਂਗੇ, ਇੱਕ ਕਮਿਸ਼ਨ ਹੈ, ਨਾਮ ਯਾਦ ਰੱਖ ਲਿਓ ਕਮਿਸ਼ਨ ਦਾ, ਆਈਸਟਨ ਕਮਿਸ਼ਨ। ਠੀਕ ਹੈ ਜੀ, ਕਦੋਂ ਆਏਗਾ? 1866 ਦੇ ਵਿੱਚ ਆਏਗਾ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਜਿਹੜੀ ਸੀ ਏਜ ਵਧਾਤੀ ਸੀ ਕਿ ਤੁਸੀਂ 23 ਸਾਲ ਤੱਕ ਇਹ ਪੇਪਰ ਦੇ ਸਕਦੇ ਹੋ। ਠੀਕ ਹੈ ਜੀ, ਹੁਣ ਤੱਕ ਏਜ ਜਿਹੜੀ ਹੈ 32-34 ਸਾਲ ਤੱਕ ਚਲੀ ਜਾਂਦੀ ਹੈ। ਉਸ ਟਾਈਮ ਜਿਹੜੀ ਏਜ ਵੀ ਸੀਗੀ ਬਹੁਤ ਘੱਟ ਸੀ। ਠੀਕ ਹੈ ਜੀ, ਏਜ ਜਿਹੜੀ ਸੀ ਇੰਕਰੀਜ਼ ਕਰਤੇ ਸੀ। ਪਹਿਲਾਂ 21 ਸਾਲ ਸੀ, 21 ਸਾਲ ਤੋਂ ਫਿਰ ਅੱਗੇ 23 ਸਾਲ ਇੰਕਰੀਜ਼ ਕੀਤੀ ਗਈ ਸੀ। ਠੀਕ ਹੈ ਜੀ, ਨੈਕਸਟ ਜੇ ਗੱਲ ਕਰਾਂਗੇ 1922 ਦੇ ਵਿੱਚ ਜਾ ਕੇ ਆਪਾਂ ਦੇਖਾਂਗੇ ਕਿ ਜਿਹੜਾ ICS ਐਗਜ਼ਾਮ ਹੈ ਉਹ ਇੰਡੀਆ 'ਚ ਹੋਣਾ ਸ਼ੁਰੂ ਹੋਏਗਾ। ਠੀਕ ਹੈ ਜੀ, ਪਹਿਲਾਂ ਜਿਹੜੇ ਸੀਗੇ ਐਗਜ਼ਾਮ ਕੀ ਹੁੰਦੇ ਸੀ? ਲੰਡਨ ਦੇ ਵਿੱਚ ਹੁੰਦੇ ਸੀ।
ठीक है जी। नैक्सट गल करते हैं गवर्नमेंट ऑफ इंडिया एक्ट आएगा अपना 1935 ਦੇ ਵਿੱਚ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਕੀ ਬਣਾਇਆ ਜਾਂਦਾ ਹੈ, ਇੱਕ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਜਾਂਦਾ ਹੈ, ਇੱਕ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਜਾਂਦਾ ਹੈ। ਕੁਝ ਨਹੀਂ ਹੈਗਾ, ਸਿੰਪਲ ਯਾਦ ਰੱਖਿਓ 1935 ਦੇ ਐਕਟ ਦੇ ਵਿੱਚ ਹੀ ਤੁਹਾਨੂੰ ਕੀ ਦੇਖਣ ਨੂੰ ਮਿਲ ਜਾਏਗਾ, ਤੇ ਨਾਮ ਅੱਗੇ ਜਾ ਕੇ ਚੇਂਜ ਹੋ ਜਾਏਗਾ, यूपीएससी ਬਣ ਜਾਏਗਾ ਤੇ ਹਰ ਇੱਕ ਸਟੇਟ ਦਾ ਕੀ ਬਣ ਜਾਏਗਾ, ਇੱਕ PCS ਬਣ ਜਾਏਗਾ। ਜਿਵੇਂ ਪੰਜਾਬ ਹੈ ਤਾਂ ਆ ਜਾਏਗਾ PPSC, ਠੀਕ ਹੈ ਜੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਤਾਂ ਕਈ ਵਾਰ ਪੁੱਛ ਲੈਂਦੇ ਨੇ ਕਿ ਇਹ ਕਦੋਂ ਬਣੇ ਸੀ, ਤਾਂ ਐਕਟ ਕਿਹੜਾ ਆਏਗਾ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1935। ਕਲੀਅਰ ਹੈ ਜੀ। ਚਲੋ ਜੀ, ਇਹ ਤਾਂ ਸੀਗਾ ਆਪਣੇ ਸਿਵਲ ਸਰਵਿਸਿਜ਼ ਨੂੰ ਕਿਵੇਂ ਇਵੋਲਵ ਕੀਤਾ ਗਿਆ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ ਜੁਡੀਸ਼ਰੀ। ਹੁਣ ਜੁਡੀਸ਼ਰੀ ਦੀ ਗੱਲ ਕਰੀਏ, ਜੁਡੀਸ਼ਰੀ ਕਿਉਂ ਸਭ ਇੰਪੋਰਟੈਂਟ ਸੀ ਅੰਗਰੇਜ਼ਾਂ ਲਈ? ਗਲਤ ਕੰਮ ਤਾਂ ਉਹਨਾਂ ਨੇ ਕਰਨੇ ਹੀ ਨੇ, ਜੋ ਤੁਸੀਂ ਲੁੱਟਿਆ ਕਰਨੀ ਹੈ ਇੰਡੀਆ ਨੂੰ, ਜਿੰਨਾ ਲੁੱਟ ਸਕਦੇ ਹੋ ਲੈ ਜਾਓਗੇ ਲੁੱਟੋਗੇ, ਤਾਂ ਪਰ ਇੰਡੀਆ ਦੇ ਵਿੱਚ ਕੋਈ ਤੁਹਾਡੀ ਗਲਤੀ ਨੂੰ ਗਲਤੀ ਨਾ ਕਹੇ। ਕਿਉਂ ਨਾ ਕਹੇ? ਕਿਵੇਂ ਪਤਾ ਲੱਗੇਗਾ ਕਿ ਤੁਸੀਂ ਗਲਤ ਹੋ ਕਿ ਸਹੀ ਹੋ? ਉਹ ਪਤਾ ਲੱਗੇਗਾ ਜੁਡੀਸ਼ਰੀ ਤੋਂ। ਤਾਂ ਇਹਨਾਂ ਨੇ ਜੁਡੀਸ਼ਰੀ ਵੀ ਆਪਦੀ ਬਿਠਾ ਲਈ, ਠੀਕ ਹੈ ਜੀ। ਜੱਜ ਵੀ ਆਪਦੇ ਨੇ, ਸਜ਼ਾ ਵੀ ਆਪ ਹੀ ਦੇਣੀ ਹੈ, ਗਲਤੀ ਵੀ ਆਪ ਕਰਨੀ ਹੈ, ਤੇ ਫਿਰ ਮੰਨਣੀ ਵੀ ਨਹੀਂ। ਤਾਂ ਆਪਾਂ ਦੇਖਦੇ ਹਾਂ ਕਿ ਐਵੋਲੂਸ਼ਨ ਆਫ ਜੁਡੀਸ਼ਰੀ। ਤਾਂ ਯਾਦ ਰੱਖਿਓ ਸਭ ਤੋਂ ਪਹਿਲਾਂ ਕਿ ਜਦੋਂ ਆਪਾਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਸੁਪਰੀਮ ਕੋਰਟ ਕਿੱਥੇ ਬਣਿਆ ਸੀਗਾ? ਸੁਪਰੀਮ ਕੋਰਟ ਕਲਕੱਤਾ 'ਚ ਬਣਿਆ ਸੀ। ਕਦੋਂ ਬਣਿਆ ਸੀਗਾ? ਰੈਗੂਲੇਟਿੰਗ ਐਕਟ ਆਫ 1773, ਠੀਕ ਹੈ ਜੀ, ਰੈਗੂਲੇਟਿੰਗ ਐਕਟ ਆਫ 1773, ਠੀਕ ਹੈ ਜੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਾਂਗੇ ਇੰਪੋਰਟੈਂਟ ਇੱਥੇ ਕੀ ਆਪਣੇ ਲਈ, ਤਾਂ ਧਿਆਨ ਰੱਖਿਓ ਇੱਥੇ ਇੰਪੋਰਟੈਂਟ ਆਪਣੇ ਲਈ ਹੁੰਦਾ ਹੈ ਕੌਰਨਵਾਲਿਸ ਕੋਡ, ਠੀਕ ਹੈ ਜੀ। ਕੀ ਆਂਦਾ ਹੈ? ਕੌਰਨਵਾਲਿਸ ਕੋਡ ਆਂਦਾ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਸੈਪਰੇਟ ਕੀਤਾ ਗਿਆ ਸੀ ਕਿਸ ਚੀਜ਼ ਨੂੰ, ਰੈਵਨਿਊ ਤੇ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਨੂੰ ਅਲੱਗ-ਅਲੱਗ ਕੀਤਾ ਗਿਆ ਸੀ। ਮਤਲਬ ਕਿ ਸਿੰਪਲ ਭਾਸ਼ਾ ਵਿੱਚ ਆਪਾਂ ਸਮਝਦੇ ਹਾਂ, ਜਿਹੜੇ ਕੌਰਨਵਾਲਿਸ ਤੋਂ ਪਹਿਲਾਂ ਸੀਗਾ, ਕੌਰਨਵਾਲਿਸ ਕੋਡ ਤੋਂ ਪਹਿਲਾਂ, ਤਾਂ ਇੱਕੋ ਹੀ ਬੰਦਾ ਹੁੰਦਾ ਸੀ ਜਿਹੜਾ ਕੀ ਕਰਦਾ ਸੀ, ਉਹੀ ਰੈਵਨਿਊ ਦੇਖਦਾ ਸੀ, ਉਹੀ ਕੀ ਕਰਦਾ ਸੀ, ਜਸਟਿਸ ਵੀ ਦੇਖਦਾ ਸੀ। ਉਹੀ ਰੈਵਨਿਊ ਦੇਖਦਾ, ਉਹੀ ਜਸਟਿਸ ਦੇਖਦਾ। ਤਾਂ ਇਸ 'ਚ ਕੀ ਹੁੰਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਕਨਫਲਿਕਟ ਹੋ ਗਿਆ। ਇੱਥੇ ਅਲੱਗ-ਅਲੱਗ ਕਰਤੇ ਭਾਈ, ਜੱਜ ਅਲੱਗ ਹੈ, ਇੱਕ DC ਅਲੱਗ ਹੈ। DC ਦਾ ਕੰਮ ਕੀ ਹੈ? ਤੁਸੀਂ ਭਾਈ ਰੈਵਨਿਊ ਇਕੱਠਾ ਕਰ ਲਓ। ਦੂਜੀ ਗੱਲ ਕਰਾਂਗੇ ਜਸਟਿਸ ਦੀ, ਤਾਂ ਉੱਥੇ ਕੀ ਹੋਏਗਾ? ਜੱਜ ਦਾ ਕੰਮ ਹੋਏਗਾ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਜਿਹੜਾ ਇੱਥੇ ਆਪਾਂ ਦੇਖਾਂਗੇ ਕਿ ਕਲੈਕਟਰ ਜਿਹੜਾ ਇਹਨੂੰ ਡਿਪਰਾਈਵ ਕਰ ਦਿੱਤਾ ਗਿਆ ਆਫਿਸ। ਮੈਜਿਸਟਰੀਅਲ ਫੰਕਸ਼ਨ ਆਪਾਂ ਪਿੱਛੇ ਹੀ ਡਿਸਕਸ ਕਰ ਚੁੱਕੇ ਹਾਂ ਕਿ ਜੁਡੀਸ਼ਰੀ ਅਲੱਗ ਹੋਗੀ, ਤੇ ਜੇ ਗੱਲ ਕਰੀਏ ਆਪਾਂ ਰੈਵਨਿਊ ਵਾਲਾ ਅਲੱਗ ਹੋ ਗਿਆ। ਨੈਕਸਟ ਆਪਾਂ ਦੇਖਾਂਗੇ ਇੱਥੇ ਲਾਰਡ ਬੈਂਟਿਕ। ਲਾਰਡ ਬੈਂਟਿਕ ਦੀ ਜੇ ਆਪਾਂ ਹਿਸਟਰੀ 'ਚ ਗੱਲ ਕਰਾਂਗੇ ਨਾ, ਆਪਾਂ ਅਲੱਗ ਤੋਂ ਸਾਰੇ ਗਵਰਨਰ ਜਨਰਲਸ ਕਰਾਂਗੇ, ਤਾਂ ਲਾਰਡ ਬੈਂਟਿਕ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਠੰਡੀ ਹਵਾ ਦਾ ਝੋਂਕਾ ਸੀ ਇੰਡੀਅਨਸ ਲਈ, ਠੀਕ ਹੈ ਜੀ। ਬਾਕੀ ਜ਼ਿਆਦਾ ਲੁੱਟ ਰਹੇ ਨੇ, ਪਰ ਇਕਲੌਤਾ ਬੰਦਾ ਜਿਹੜਾ ਆਪਾਂ ਕਹਿ ਸਕਦੇ ਕੁਝ ਚੰਗੇ ਕੰਮ ਕਰਕੇ ਗਿਆ ਅੰਗਰੇਜ਼ਾਂ 'ਚ, ਤਾਂ ਉਹਦਾ ਨਾਮ ਸੀਗਾ ਲਾਰਡ ਵਿਲੀਅਮ ਬੈਂਟਿਕ। ਕਲੀਅਰ। ਜੇ ਗੱਲ ਕਰਾਂਗੇ ਵਿਲੀਅਮ ਬੈਂਟਿਕ ਦੀ, ਤਾਂ ਇਹਨਾਂ ਨੇ ਸ਼ੁਰੂ ਕੀ ਕੀਤਾ? ਇੰਡੀਅਨ ਜੱਜਿਸ ਨੂੰ ਅਪਾਇੰਟ ਕਰਨਾ ਸ਼ੁਰੂ ਕੀਤਾ। ਕਿੱਥੇ ਕੀਤਾ? ਉੱਪਰ ਨਹੀਂ ਸਭ ਤੋਂ ਕਰਨਗੇ, ਇਹ ਕੀ ਕਰਨਗੇ? ਲੋਅਰ ਕੋਰਟ 'ਚ ਕਰਨਗੇ, ਠੀਕ ਹੈ ਜੀ। ਦੂਜੀ ਗੱਲ ਆਪਾਂ ਯਾਦ ਰੱਖਿਓ, ਜਿਹੜਾ ਪਿੱਛੇ ਆਪਾਂ ਐਕਟ ਪੜ੍ਹ ਕੇ ਆਏ ਹਾਂ ਨਾ 1773 ਦਾ ਰੈਗੂਲੇਟਿੰਗ ਐਕਟ, ਇਹਦੇ ਵਿੱਚ ਸੁਪਰੀਮ ਕੋਰਟ ਬਣਾਇਆ ਗਿਆ ਕਲਕੱਤਾ ਦੇ ਵਿੱਚ। ਇਹ ਸਿਰਫ ਜਿਹੜਾ ਹੈ ਅੰਗਰੇਜ਼ਾਂ ਵਾਸਤੇ ਹੀ ਬਣਾਇਆ, ਇੰਡੀਅਨਸ ਲਈ ਨਹੀਂ ਹੈਗਾ, ਠੀਕ ਹੈ ਜੀ। ਬ੍ਰਿਟਿਸ਼ਰਸ ਲਈ ਹੀ ਇਹ ਸੁਪਰੀਮ ਕੋਰਟ ਬਣਾਇਆ ਗਿਆ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਆਪਾਂ ਅੰਗਰੇਜ਼ਾਂ ਦੀ। ਜੇ ਗੱਲ ਕਰੀਏ ਲਾਅ ਦੇ ਰਿਲੇਟਿਡ, ਤਾਂ ਆਪਾਂ ਇੱਥੇ ਦੇਖਾਂਗੇ ਚਾਰਟਰ ਐਕਟ ਆਫ 1833। ਇੰਪੋਰਟੈਂਟ ਹੈ, ਬਿਲਕੁਲ ਇੰਪੋਰਟੈਂਟ ਹੈ ਜੀ ਪੇਪਰ ਦੇ ਲਈ। ਹੁਣ ਆਪਾਂ ਯਾਦ ਕੀ ਰੱਖਣਾ, ਦੇਖੋ ਜੀ, ਚਾਰਟਰ ਐਕਟ ਆਫ 1833 ਦੇ ਵਿੱਚ ਕੀ ਬਣਾਇਆ ਜਾਏਗਾ? ਇੱਕ ਬਣਾਇਆ ਜਾਏਗਾ ਲਾਅ ਕਮਿਸ਼ਨ। ਇਹ ਜਿਹੜਾ ਇਹ ਲਾਅ ਕਮਿਸ਼ਨ ਬਣਾਇਆ ਜਾਏਗਾ ਨਾ, ਇਹਦਾ ਕੰਮ ਕੀ ਹੋਏਗਾ? ਇਹਦਾ ਕੰਮ ਹੋਏਗਾ ਇਹਨਾਂ ਨੇ ਕੋਡੀਫਿਕੇਸ਼ਨ ਆਫ ਲਾਅ ਕਰਨੀ ਹੈ। ਲਾਅਸ ਬਣਾਉਣ ਤਾਂ ਸੀ ਪਹਿਲਾਂ ਕਿਤੇ ਲਿਖੇ ਹੀ ਨਹੀਂ ਸੀ ਲਾਅ। ਅੱਜ ਕੱਲ੍ਹ ਕੀ ਹੁੰਦਾ, ਜੇ ਤੁਸੀਂ ਕੋਈ ਠੱਗੀ ਕਰਦੇ ਹੋ ਤਾਂ ਤੁਹਾਡੇ ਉੱਪਰ ਧਾਰਾ ਲੱਗ ਗਈ 420। ਜੇ ਕਿਸੇ ਦਾ ਮਰਡਰ ਕਰਤਾ 307, ਨਹੀਂ ਕੀਤਾ 302। ਇਹ ਸਾਰੀਆਂ ਜਿਹੜੀਆਂ ਧਾਰਾਵਾਂ ਨੇ ਕਿੱਥੇ ਲਿਖੀਆਂ ਨੇ, ਕਿਹਨਾਂ ਨੇ ਲਿਖੀਆਂ ਨੇ, ਕਦੋਂ ਲਿਖੀਆਂ ਗਈਆਂ? ਇਹ ਕੁਐਸਚਨ ਮਨ ਦੇ ਵਿੱਚ ਆਣੇ ਚਾਹੀਦੇ ਨੇ, ਠੀਕ ਹੈ ਜੀ। ਇਹ ਸਾਰਾ ਕੰਮ ਕੀਤਾ ਕਿਹਨਾਂ ਨੇ? ਅੰਗਰੇਜ਼ਾਂ ਨੇ ਕੀਤਾ। ਅੰਗਰੇਜ਼ਾਂ ਨੇ ਕਿਹਾ ਕਿ ਐਵੇਂ ਕਰਦੇ, ਦੇਖੋ ਜੀ ਸਿੱਧੀ ਗੱਲ ਹੈ, ਜਿਹੜਾ ਵੀ ਕੋਈ ਸਜ਼ਾ ਹੋਏਗੀ ਕਿੱਥੇ ਲਿਖੀ ਹੈ? ਜੇ ਕੋਈ ਪੁੱਛ ਲੇ ਵੀ ਤੁਸੀਂ ਤਾਂ ਜੀ ਜੱਜ ਜਿਹੜਾ ਆਪਣੀ ਮਰਜ਼ੀ ਨਾਲ ਹੀ ਸਜ਼ਾ ਦੇਈ ਜਾਂਦਾ, ਜਿਹੜਾ ਉਹਨੂੰ ਸੋਹਣਾ ਲੱਗਦਾ ਉਹਨੂੰ ਸਜ਼ਾ ਘੱਟ ਦੇਤੀ, ਜਿਹੜਾ ਉਹਨੂੰ ਸੋਹਣਾ ਨਹੀਂ ਲੱਗਦਾ ਉਹਨੂੰ ਸਜ਼ਾ ਵੱਧ ਦੇਤੀ। ਇਹ ਤਾਂ ਗਲਤ ਗੱਲ ਹੈ। ਜਿਹੜੀ ਜਸਟਿਸ ਹੈ ਉਹ ਤਾਂ ਬਰਾਬਰ ਹੋਣੀ ਚਾਹੀਦੀ ਹੈ। ਇਹ ਨਹੀਂ ਗਰੀਬ ਨੂੰ ਘੱਟ ਦੇ ਦਿਓ, ਅਮੀਰ ਨੂੰ ਵੱਧ ਦੇ ਦਿਓ, ਨਹੀਂ, ਜਸਟਿਸ ਹੋਣਾ ਚਾਹੀਦਾ। ਲਾਅ ਦੀ ਕੀ ਹੋਣੀ ਚਾਹੀਦੀ? ਕੋਡੀਫਿਕੇਸ਼ਨ ਹੋਣੀ ਚਾਹੀਦੀ ਹੈ। ਵੀ ਜਿਹੜਾ ਜੱਜ ਹੈ ਉਹ ਦੇਖੇਗਾ ਕਿ ਓਕੇ ਇਹਦਾ ਇਹ ਕਸੂਰ ਹੈ, ਇਹਦਾ ਆ ਜਿਹੜਾ ਹੈਗਾ ਇਹਦੀ ਕੀ ਬਣਦੀ ਹੈ? ਸਜ਼ਾ ਬਣਦੀ ਹੈ। ਤਾਂ ਇੱਥੇ ਲਾਅ ਕਮਿਸ਼ਨ ਬਿਠਾਇਆ ਜਾਏਗਾ, ਜਿਹਦਾ ਕੰਮ ਹੋਏਗਾ, ਪਹਿਲਾਂ ਯਾਦ ਰੱਖਿਓ, ਜਿਹੜਾ ਲਾਅ ਕਮਿਸ਼ਨ ਸਭ ਤੋਂ ਪਹਿਲਾਂ ਬਿਠਾਇਆ ਜਾਏਗਾ, ਇਹਦੇ ਚੇਅਰਮੈਨ ਹੋਣਗੇ ਲਾਰਡ ਮੈਕੌਲੇ, ਠੀਕ ਹੈ ਜੀ, ਲਾਰਡ ਮੈਕੌਲੇ ਹੋਣਗੇ। ਤੇ ਲਾਅ ਕਮਿਸ਼ਨ ਦਾ ਕੰਮ ਕੀ ਹੋਏਗਾ? ਕੋਡੀਫਿਕੇਸ਼ਨ ਆਫ ਲਾਅ ਕਰਨਾ, ਠੀਕ ਹੈ ਜੀ। ਇੱਕ ਟਾਈਮ ਲੱਗੇਗਾ, ਇੱਕ ਦਿਨ ਦਾ ਕੰਮ ਨਹੀਂ, ਬਹੁਤ ਲੰਬਾ ਕੰਮ ਹੈ। IPC CRPC ਲਿਖਣਾ, ਤਾਂ ਆਪਾਂ ਦੇਖਾਂਗੇ ਕਿ ਇਹ ਸਾਰਾ ਜਿਹੜਾ ਹੈਗਾ ਤੁਹਾਡਾ ਬਣੇਗਾ ਕਦੋਂ ਜਾ ਕੇ, ਤੁਸੀਂ ਦੇਖਾਂਗੇ IPC ਜਿਹੜੀ ਹੈ ਤੁਹਾਡੀ ਕਦੋਂ ਹੋਏਗੀ? 1860 ਤੱਕ ਜਾ ਕੇ ਬਣੇਗੀ, ਠੀਕ ਹੈ ਜੀ। ਜੇ ਗੱਲ ਕਰੀਏ CRPC 1861, ਕਾਫੀ ਲੰਬਾ ਟਾਈਮ ਲੱਗ ਜਾਏਗਾ ਇਹ ਸਾਰੇ ਲਾਜ਼ ਨੂੰ ਕੋਡੀਫਾਈ ਕਰਨ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਜੇ ਪੰਜਾਬ ਦੇ ਪੇਪਰਾਂ ਦੇ ਵਾਸਤੇ ਦੇਖੀਏ, ਤਾਂ ਆਪਾਂ ਦੇਖਦੇ ਕਿ ਇੱਥੇ ਗਵਰਨਮੈਂਟ ਆਫ ਇੰਡੀਆ ਐਕਟ 1935, ਇਹੀ ਐਕਟ ਪਿੱਛੇ ਵੀ ਪੜ੍ਹ ਕੇ ਆਏ ਸੀ, ਯਾਦ ਰੱਖਿਓ। ਇਹੀ ਐਕਟ ਦੇ ਨਾਲ UPSC ਬਣਿਆ, ਇਹੀ ਐਕਟ ਦੇ ਨਾਲ PPSC ਬਣਿਆ, ਤੇ ਯਾਦ ਰੱਖਿਓ ਇਹੀ ਐਕਟ ਦੇ ਨਾਲ ਕੀ ਬਣੇਗਾ? ਤੁਹਾਡਾ ਸੁਪਰੀਮ ਕੋਰਟ ਆਫ ਇੰਡੀਆ ਵੀ ਬਣੇਗਾ,
ਠੀਕ ਹੈ ਜੀ। ਉਦੋਂ ਸੁਪਰੀਮ ਕੋਰਟ ਨਹੀਂ ਕਹਿੰਦੇ ਸੀ, ਉਦੋਂ ਸੁਪਰੀਮ ਕੋਰਟ ਦੀ ਜਗ੍ਹਾ ਇਹਨੂੰ ਕੀ ਕਿਹਾ ਜਾਂਦਾ ਸੀ, ਇਹਨੂੰ ਕਹਿੰਦੇ ਸੀ ਆਪਾਂ ਫੈਡਰਲ ਕੋਰਟ, ਠੀਕ ਹੈ ਜੀ। ਆ ਜਿਹੜਾ ਆਪਾਂ ਗੱਲ ਕਰਦੇ ਹਾਂ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆਫ ਇੰਡੀਆ, ਉਦੋਂ ਇਹਨੂੰ ਕਿਹਾ ਜਾਂਦਾ ਸੀ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਆਫ ਇੰਡੀਆ। ਕਲੀਅਰ। ਚਲੋ ਜੀ ਨੈਕਸਟ ਵਨ ਲਾਈਨਰ ਕੁਐਸਚਨ ਪੰਜਾਬ ਦੇ ਕਲੈਰੀਕਲ ਪੇਪਰ ਲਈ ਜੇ ਗੱਲ ਕਰੀਏ ਤਾਂ ਇੱਥੋਂ ਹੀ ਤੁਹਾਡਾ ਪਾਇਆ ਜਾਏਗਾ ਜਿਹੜਾ ਫੈਡਰਲ ਕੋਰਟ ਬਣਾਇਆ ਗਿਆ ਸੀਗਾ ਸੁਪਰੀਮ ਕੋਰਟ ਜਿਹਨੂੰ ਆਪਾਂ ਕਹਿੰਦੇ ਆ 1935 ਦੇ ਐਕਟ ਤੋਂ, ਤਾਂ ਸਭ ਤੋਂ ਪਹਿਲਾ ਚੀਫ ਜਸਟਿਸ ਉਹਦਾ ਕੌਣ ਹੋਏਗਾ, ਸਭ ਤੋਂ ਪਹਿਲਾ ਚੀਫ ਜਸਟਿਸ ਜਿਹੜਾ ਉਸਦਾ ਕੌਣ ਹੋਏਗਾ, ਤਾਂ ਨਾਮ ਯਾਦ ਰੱਖ ਲਿਓ ਸਰ ਮੌਰਿਸ ਗੁਏਰ, ਠੀਕ ਹੈ ਜੀ। ਸਰ ਮੌਰਿਸ ਗੁਏਰ ਕੌਣ ਹੋਣਗੇ, ਸਭ ਤੋਂ ਪਹਿਲੇ ਚੀਫ ਜਸਟਿਸ ਹੋਣਗੇ ਕਿਸ ਦੇ, ਫੈਡਰਲ ਕੋਰਟ ਆਫ ਇੰਡੀਆ ਦੇ, ਠੀਕ ਹੈ ਜੀ। ਇਹ ਆਪਣਾ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਹੁਣ ਤੁਸੀਂ ਸਾਰੇ ਜਿਹੜੇ ਨੇ ਕਮੈਂਟ ਕਰਕੇ ਦੱਸੋਗੇ ਕਿ ਆਜ਼ਾਦੀ ਤੋਂ ਬਾਅਦ ਆਪਣੇ ਸਭ ਤੋਂ ਪਹਿਲੇ ਚੀਫ ਜਸਟਿਸ ਆਫ ਇੰਡੀਆ ਕੌਣ ਸੀਗੇ, ਤੇ ਹੁਣ ਪ੍ਰੈਜ਼ੈਂਟਲੀ ਕਿੰਨਵੇਂ ਚੀਫ ਜਸਟਿਸ ਆਫ ਇੰਡੀਆ ਨੇ ਤੇ ਉਹਨਾਂ ਦਾ ਨਾਮ ਦੱਸਣਾ ਹੈ, ਠੀਕ ਹੈ ਜੀ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਅਗਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਾਂਗੇ ਤਾਂ ਆਪਾਂ ਉਹ ਡਿਸਕਸ ਕਰਾਂਗੇ ਅਬਾਊਟ ਕਿ ਕਿਵੇਂ ਜਿਹੜਾ ਬ੍ਰਿਟਿਸ਼ਰਸ ਨੇ ਆਪਾਂ ਨੂੰ ਲੁੱਟਣਾ ਸ਼ੁਰੂ ਕੀਤਾ, ਜਿਹਦੇ 'ਚ ਆਪਾਂ ਡਿਸਕਸ ਕਰਾਂਗੇ ਡਰੇਨ ਆਫ ਵੈਲਥ ਥਿਊਰੀ। ਆਪਾਂ ਡਿਸਕਸ ਕਰਾਂਗੇ ਕਿ ਰੇਲਵੇ ਕਦੋਂ ਆਈ, ਪਹਿਲਾਂ ਕਿਉਂ ਨਹੀਂ ਆਈ ਰੇਲਵੇ, ਜਦੋਂ ਬੰਗਾਲ ਜਿੱਤ ਲਿਆ, ਜਦੋਂ ਪੰਜਾਬ ਹੀ ਜਿੱਤ ਲਿਆ ਉਦੋਂ ਹੀ ਰੇਲਵੇ ਪਾਣੀ ਸ਼ੁਰੂ ਕਿਉਂ ਹੋਈ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਪਲੱਸ ਆਪਾਂ ਡਿਸਕਸ ਕਰਾਂਗੇ ਰਿਵੋਲਟ ਆਫ 1857, ਕਿਤੇ ਨਾ ਕਿਤੇ ਤਾਂ ਜਿਹੜੇ ਆਪਣੇ ਲੋਕ ਸੀ ਉਹ ਤੰਗ ਆ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨਗੇ ਹੀ ਕਰਨਗੇ। ਇਹ ਸਾਰਾ ਆਪਾਂ ਡਿਸਕਸ ਕਰਾਂਗੇ ਅਗਲੇ ਲੈਕਚਰ 'ਚ, ਠੀਕ ਹੈ ਜੀ। ਮਿਲਦੇ ਹਾਂ ਜੀ ਨੈਕਸਟ ਲੈਕਚਰ 'ਚ। ਥੈਂਕ ਯੂ ਵੈਰੀ ਮਚ।